Thank you, Jesus. 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 प्रभु यीशु मसीह नासरी ਦੇ ਸਾਮਰਥੀ ਨਾਮ ਵਿੱਚ ਇਸ ਵਕਤ ਇਸ ਮਾਧਿਅਮ ਦੇ ਦੁਆਰਾ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਆਪ ਸਭ ਦਾ ਸਵਾਗਤ ਹੈ। ਇਸ ਸਮੇਂ ਦੇ ਅੰਦਰ ਜਦੋਂ ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਸੁਣਨ ਔਰ ਸਿੱਖਣ ਔਰ ਸਮਝਣ ਦੇ ਲਈ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਇਸ ਮਾਧਿਅਮ ਦੇ ਦੁਆਰਾ ਜੁੜੇ ਹੋਏ ਹੋ। ਜੋ ਤੁਸੀਂ ਇਸ ਮਾਧਿਅਮ ਦੇ ਦੁਆਰਾ ਜੁੜੇ ਹੋਏ ਹੋ, ਆਓ ਅਸੀਂ ਪ੍ਰਭੂ ਦੇ ਵਚਨਾਂ ਨੂੰ ਸਿੱਖਣ ਤੋਂ ਪਹਿਲਾਂ ਪ੍ਰਾਰਥਨਾ ਕਰਾਂਗੇ ਤਾਂ ਕਿ ਪਵਿੱਤਰ ਆਤਮਾ ਸਾਡੇ ਸਭ ਦੇ ਅੰਦਰ ਆਏ ਔਰ ਸਾਨੂੰ ਸਿਖਾਏ ਔਰ ਸਾਡੀ ਅਗਵਾਈ ਕਰੇ। ਆਓ ਸਭ ਪ੍ਰਾਰਥਨਾ ਵਿੱਚ ਚਲਾਂਗੇ। ਸਰਵਸ਼ਕਤੀਮਾਨ ਪਰਮੇਸ਼ਵਰ, ਸਾਡੇ ਉਧਾਰਕਰਤਾ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ ਵਿੱਚ ਪਵਿੱਤਰ ਆਤਮਾ ਦੀ ਅਗਵਾਈ ਲਈ ਪ੍ਰਾਰਥਨਾ ਕਰਦੇ ਹਾਂ। ਇਹ ਪਵਿੱਤਰ ਆਤਮਾ ਸਾਡੀ ਅਗਵਾਈ ਕਰੋ, ਠੀਕ ਠੀਕ ਸਿਖਾਓ, ਸਮਝਾਓ। ਇਹ ਖੁਦਾਵੰਦ ਤੇਰੇ ਵਚਨਾਂ ਨੂੰ ਹਿਰਦੇ ਵਿੱਚ ਪਾ ਦਿਓ ਪ੍ਰਭੂ। ਹਾਂ ਖੁਦਾਵੰਦ ਤੇਰੇ ਵਚਨਾਂ ਨੂੰ ਸਭ ਦੇ ਹਿਰਦੇ ਵਿੱਚ ਪਾ ਦਿਓ। ਰੋਮ ਰੋਮ ਵਿੱਚ ਤੇਰਾ ਵਚਨ ਸਮਾ ਜਾਏ ਔਰ ਜ਼ਿੰਦਗੀਆਂ ਤੇਰੇ ਵਚਨ ਦੇ ਅਨੁਸਾਰ ਹੋ ਜਾਣ। ਔਰ ਖੁਦਾਵੰਦ ਜਿੰਨੇ ਪ੍ਰਕਾਰ ਦੇ ਹਨੇਰੇ ਸਾਰੇ ਜਾਂਦੇ ਲੱਗਣ, ਜਿੰਨੇ ਬੰਧਨ ਬੰਦਵਾਈ ਸਾਰੀ ਚੱਲੀ ਜਾਏ। ਔਰ ਖੁਦਾਵੰਦ ਯੀਸ਼ੂ ਦੇ ਨਾਮ ਵਿੱਚ ਕਮਾਂਡ ਕਰਦੇ ਹਾਂ, ਵੈਰੀ ਵਿਰੋਧੀ ਦੀਆਂ ਸਾਰੀਆਂ ਚਾਲਾਂ ਜਾਂਦੀਆਂ ਰਹਿਣ। ਔਰ ਖੁਦਾਵੰਦ ਤੇਰੀ ਮਹਾਨ ਮਹਿਮਾ ਪ੍ਰਗਟ ਹੋਵੇ, ਤੇਰਾ ਵੱਡਾ ਜਲਾਲ 100% ਜ਼ਾਹਰ ਹੋਵੇ। ਖੁਦਾਵੰਦ ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ। ਇਹ ਸਾਰੀਆਂ ਦੁਆ ਬੇਨਤੀਆਂ ਯੀਸ਼ੂ ਮਸੀਹ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਮੰਗਦੇ ਹਾਂ। ਆਮੀਨ, ਆਮੀਨ। ਸੋ ਫਿਰ ਤੋਂ ਆਪ ਸਭ ਦਾ ਸਵਾਗਤ ਕਰਦੇ ਹਾਂ ਯੀਸ਼ੂ ਮਸੀਹ ਨਾਸਰੀ ਦੇ ਪਵਿੱਤਰ ਨਾਮ ਵਿੱਚ ਪ੍ਰਭੂ ਦੀ ਹਜ਼ੂਰੀ ਦੇ ਅੰਦਰ। ਅੱਜ ਅਸੀਂ ਜਦੋਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਹਾਂ, ਕੁਝ ਸਮਾਂ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਾਂਗੇ। ਪਰਮੇਸ਼ਰ ਦੇ ਵਚਨਾਂ ਨੂੰ ਕੁਝ ਸਮਾਂ ਅਸੀਂ ਸਿੱਖਾਂਗੇ। ਕਹੋਤਾਂ ਦੀ ਕਿਤਾਬ 13 ਅਧਿਆਏ 12 ਵਚਨ ਨੂੰ ਸਭ ਤੋਂ ਪਹਿਲਾਂ ਖੋਲਾਂਗੇ। ਕਹੋਤਾਂ ਦੀ ਕਿਤਾਬ 13 ਅਧਿਆਏ 12 ਵਚਨ। ਅੱਜ ਇਸ ਜ਼ਮੀਨ ਦੇ ਉੱਤੇ ਜਦੋਂ ਅਸੀਂ ਜੀਵਨ ਜੀ ਰਹੇ ਹਾਂ, ਜਦੋਂ ਇਹ ਜੀਵਨ ਜੀ ਰਹੇ ਹਾਂ, ਇਹ ਜੀਵਨ ਦੇ ਖਿਲਾਫ ਬਹੁਤ ਸਾਰੇ ਹਮਲੇ ਹਨ। ਵਿਰੋਧੀ ਦੇ ਬਹੁਤ ਸਾਰੇ ਹਮਲੇ ਹਨ। ਜਿਹੜਾ ਵਿਰੋਧੀ, ਜਿਹੜਾ ਇਸ ਦੁਨੀਆ ਦਾ ਈਸ਼ਵਰ ਬਣਿਆ ਸ਼ੈਤਾਨ ਹੈ, ਉਹਦੇ ਬਹੁਤ ਸਾਰੇ ਹਮਲੇ ਜ਼ਿੰਦਗੀਆਂ ਦੇ ਉੱਤੇ ਹਨ। ਔਰ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਕੋਈ ਵਿਅਕਤੀ ਮੰਜ਼ਿਲ 'ਤੇ ਨਾ ਪਹੁੰਚੇ। ਪਰ ਅੱਜ ਜਦੋਂ ਅਸੀਂ ਇਸ ਜ਼ਮੀਨ ਦੇ ਉੱਤੇ ਹਾਂ, ਪਰਮੇਸ਼ਰ ਦੇ ਵਚਨਾਂ ਨੂੰ ਸਿੱਖਣ ਦੇ ਲਈ ਸਿੱਖਾਂਗੇ। ਕਹੋਤਾਂ ਦੀ ਕਿਤਾਬ 13 ਅਧਿਆਏ 12 ਵਚਨ ਪੜ੍ਹਦੇ ਹਾਂ। ਇਹਦੇ ਲਿਖਿਆ ਹੈ, ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਬਿਰਸ਼ ਹੈ। ਜੋ ਆਸ ਦੀ ਢਿੱਲ ਹੈ ਉਹ ਦਿਲ ਨੂੰ ਬਿਮਾਰ ਕਰ ਦਿੰਦੀ ਹੈ। ਪ੍ਰਭੂ ਦਾ ਵਚਨ ਦੱਸਦਾ ਹੈ ਕਿ ਦਿਲ ਪੁੱਜ ਕੇ ਖਰਾਬ ਹੈ, ਇਹ ਧੋਖੇਬਾਜ਼ ਹੈ। ਇਹਦੇ ਵਿੱਚ ਜੋ ਗੜਬੜੀ ਹੈ ਕਿੱਥੋਂ ਪੈਦਾ ਹੁੰਦੀ ਹੈ? ਆਸ ਦੀ ਢਿੱਲ ਤੋਂ। ਅੱਜ ਇਸ ਸੰਸਾਰ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ, ਇੱਥੇ ਇਨਸਾਨ ਪਰਮੇਸ਼ਰ ਤੋਂ ਵਿਛੜਿਆ ਹੋਇਆ ਹੈ। ਇਨਸਾਨ ਪਰਮੇਸ਼ਰ ਤੋਂ ਵਿਛੜਿਆ ਹੋਇਆ ਹੈ। ਔਰ ਅੱਜ ਜਦੋਂ ਮਿਲਣ ਦੀ ਗੱਲ ਕਰਦੇ ਹਾਂ, ਅੱਜ ਜਦੋਂ ਕਹਿੰਦੇ ਕਿ ਭਾਈ ਤੇਰਾ ਪਰਮੇਸ਼ਰ ਨਾਲ ਮੇਲ ਹੋ ਸਕਦਾ ਆ, ਤੇਰਾ ਪਰਮੇਸ਼ਰ ਨਾਲ ਮੇਲ ਹੋ ਸਕਦਾ ਆ, ਰਸਤਾ ਹੈਗਾ, ਅਤੇ ਬੰਦਾ ਮੋਹਰੇ ਕਹਿੰਦਾ ਸਾਡੇ ਭਾਗਾਂ 'ਚ ਕਿੱਥੇ। ਇਹ ਜਿਹੜੀ ਗੱਲ ਆ, ਇਹ ਹਰ ਇਨਸਾਨ ਦੇ ਮੂੰਹ 'ਤੇ ਚੜ੍ਹੀ ਹੋਈ ਹੈ। ਪਰ ਇੱਕ ਗੱਲ ਜ਼ਰੂਰੀ ਹੈ ਇਸ ਗੱਲ ਨੂੰ ਸਮਝਣਾ ਕਿ ਜਿਨ੍ਹਾਂ ਦੇ ਅੰਦਰ ਆਸ ਨਹੀਂ ਹੈ, ਆਸ ਦੀ ਢਿੱਲ ਹੈ, ਉਹਨਾਂ ਦੇ ਦਿਲ ਜਿਹੜੇ ਉਹ ਬਿਮਾਰ ਹੋ ਚੁੱਕੇ ਆ। ਬਿਮਾਰ ਕੀ ਹੁੰਦਾ? ਬਿਮਾਰ ਜਿਹੜਾ ਉਹ ਕਮਜ਼ੋਰ ਹੋ ਜਾਂਦਾ ਹੈ, ਔਰ ਕਮਜ਼ੋਰ ਹੋਣ ਤੋਂ ਬਾਅਦ 'ਚ ਉਹ ਮਰ ਜਾਂਦਾ। ਇਸ ਦੁਨੀਆ ਦੇ ਵਿੱਚ ਦੋ ਪ੍ਰਕਾਰ ਦੇ ਲੋਕ ਹੈ, ਇੱਕ ਵਿਸ਼ਵਾਸੀ, ਇੱਕ ਅਵਿਸ਼ਵਾਸੀ। ਜਿਹੜੇ ਵਿਸ਼ਵਾਸੀ ਆ ਉਹ ਪਰਮੇਸ਼ਰ ਵਿੱਚ ਜਿੰਦਾ ਆ, ਜਿਹੜੇ ਅਵਿਸ਼ਵਾਸੀ ਆ ਉਹ ਪਰਮੇਸ਼ਰ ਦੇ ਹਿਸਾਬ ਨਾਲ ਮਰੇ ਹੋਏ ਆ। ਪ੍ਰਭੂ ਨੇ ਆਦਮ ਨੂੰ ਕਿਹਾ, ਜਦੋਂ ਤੂੰ ਪਾਪ ਕਰੇਗਾ ਤੂੰ ਜ਼ਰੂਰ ਮਰੇਗਾ। ਆਦਮੀ ਨੇ ਪਰਮੇਸ਼ਰ ਤੋਂ ਵਿਸ਼ਵਾਸ ਖੋ ਦਿੱਤਾ ਔਰ ਸ਼ੈਤਾਨ ਦੇ ਮਗਰ ਲੱਗ ਕੇ ਉਹਨੇ ਪਾਪ ਕੀਤਾ। ਔਰ ਜਿਹੜੀ ਉਹਦੀ ਪਰਮੇਸ਼ਰ ਨੇ ਉਹਨੂੰ ਗੱਲ ਕਹੀ ਸੀ, ਉਹ 'ਤੇ ਉਹਨੂੰ ਸ਼ੱਕ ਹੋਇਆ, ਔਰ ਉਸੇ ਕਰਕੇ ਹੀ ਹਵਾ ਨੇ ਔਰ ਉਸ ਤੋਂ ਬਾਅਦ ਆਦਮ ਨੇ ਉਹ ਫਲ ਖਾਧਾ। ਪਰ ਇੱਕ ਗੱਲ ਬੜੀ ਸਪਸ਼ਟ ਰੂਪ ਵਿੱਚ ਇਹ ਹੈ, ਅੱਜ ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਹਾਂ, ਇਸ ਗੱਲ ਨੂੰ ਠੀਕ ਸਮਝ ਜਾਈਏ ਕਿ ਜਿਨ੍ਹਾਂ ਅੰਦਰ ਆਸ ਦੀ ਢਿੱਲ ਪੈਦਾ ਹੋ ਜਾਂਦੀ ਹੈ ਉਹ ਬਿਮਾਰ ਹੁੰਦੇ ਹਨ ਅਤੇ ਬਿਮਾਰੀ ਤੋਂ ਬਾਅਦ 'ਚ ਉਹ ਮਰ ਜਾਂਦੇ। ਪਰ ਅੱਜ ਬੇਨਤੀ ਇਸ ਗੱਲ ਨੂੰ ਸਮਝ ਜਾਓ ਕਿ ਆਸ ਦੀ ਢਿੱਲ ਨਹੀਂ ਰੱਖਣੀ ਆਪਣੇ ਅੰਦਰ। ਆਸ ਦੇ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਆਸ ਸੰਪੂਰਨ ਆਸ ਹੋਣੀ ਚਾਹੀਦੀ ਹੈ, ਕਿਉਂਕਿ ਇਬਰਾਨੀਆਂ 11 ਅਧਿਆਏ ਪਹਿਲੇ ਵਚਨ ਦੇ ਅਨੁਸਾਰ ਪੂਰਨ ਪੱਕੀ ਆਸ ਹੀ ਵਿਸ਼ਵਾਸ ਹੈ। ਇਬਰਾਨੀਆਂ 11 ਅਧਿਆਏ ਪਹਿਲੇ ਵਚਨ ਦੇ ਅਨੁਸਾਰ ਪੂਰਨ ਪੱਕੀ ਆਸ ਹੀ ਵਿਸ਼ਵਾਸ ਹੈ।
ਔਰ ਅਗਲੀ ਗੱਲ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਬਿਰਸ਼ ਹੈ। ਜਿਹਦੇ ਅੰਦਰ ਆਸ ਪੂਰੀ ਹੈ ਉਹਨੂੰ ਸਮਝ ਲਓ ਇੱਦਾਂ ਦੀ ਅਵਸਥਾ ਹੈ ਕਿ ਜਿੱਦਾਂ ਉਹ ਜੀਵਨ ਦਾ ਬ੍ਰਿਕਸ਼ ਬਣ ਗਿਆ ਹੁੰਦਾ। ਜਿਹਦੇ ਅੰਦਰ ਪੂਰੀ ਆਸ ਹੈ ਸਮਝ ਲਓ ਉਸ ਅਵਸਥਾ ਵਿੱਚ ਹੈ ਕਿ ਉਹਦੇ ਅੰਦਰ ਸਮਝ ਲਓ ਜੀਵਨ ਦਾ ਬ੍ਰਿਕਸ਼ ਲੱਗਿਆ ਹੈ, ਜੀਵਨ ਦਾ ਬ੍ਰਿਕਸ਼ ਬਣ ਗਿਆ ਹੈ। ਤੇ ਅੱਜ ਪ੍ਰਭੂ ਦੇ ਬੱਚਿਓ, ਠੀਕ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਆਸ ਦਾ ਪੂਰਾ ਹੋਣਾ ਹਰ ਇੱਕ ਮਸੀਹ ਵਿਸ਼ਵਾਸੀ ਦੇ ਅੰਦਰ ਜ਼ਰੂਰੀ ਹੈ। ਜਿਹਦੇ ਅੰਦਰ ਆਸ ਪੂਰੀ ਹੈ ਉਹਦੇ ਅੰਦਰ ਜੀਵਨ ਦਾ ਬ੍ਰਿਕਸ਼ ਲੱਗ ਗਿਆ ਹੈ, ਉਹ ਜੀਵਨ ਨੂੰ ਉਪਲਬਧ ਹੋ ਗਿਆ ਹੈ। ਜਿਹਦੇ ਅੰਦਰ ਆਸ ਹੀ ਪੂਰੀ ਨਹੀਂ ਹੈ ਉਹਨੇ ਜੀਵਨ ਨੂੰ ਕੀ ਉਪਲਬਧ ਹੋਣਾ? ਉਹਦਾ ਤਾਂ ਦਿਲ ਹੀ ਬਿਮਾਰ ਹੋ ਗਿਆ, ਔਰ ਦਿਲ ਬਿਮਾਰ ਹੋਣ ਤੋਂ ਬਾਅਦ 'ਚ ਡੈਡਨੈਸ ਆ ਜਾਂਦੀ ਹੈ, ਮੁਰਦਾਪਨ ਆ ਜਾਂਦਾ ਹੈ। ਜਿਹੜਾ ਮੁਰਦਾਪਨ ਹੈ ਇਸ ਸੰਸਾਰ ਦੇ ਅੰਦਰ, ਜਿਹੜਾ ਮੁਰਦਾਪਨ ਹੈ ਇਸ ਸੰਸਾਰ ਦੇ ਅੰਦਰ ਬੜੇ ਸਪਸ਼ਟ ਰੂਪ ਵਿੱਚ ਇੱਦਾਂ ਹੀ ਹੈ, ਚੱਲ ਰਿਹਾ ਹੈ। ਜਦੋਂ ਇਸ ਸੰਸਾਰ ਦੇ ਵਿੱਚ ਨਿਗਾਹ ਮਾਰਦੇ ਹਾਂ, ਤੇ ਅੱਜ ਇਸ ਚੀਜ਼ ਦੇ ਨਾਲ ਭਰਿਆ ਹੋਇਆ ਸੰਸਾਰ ਦਿਖਾਈ ਦੇ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਜਦੋਂ ਪਰਮੇਸ਼ਵਰ ਦੇ ਨਾਲ ਮਿਲਾਪ ਦੀ ਗੱਲ ਆਉਂਦੀ ਹੈ, ਜਦੋਂ ਭਗਤੀ ਕਰਨ ਦੀ ਗੱਲ ਆਉਂਦੀ ਹੈ, ਜਦੋਂ ਬੰਦਗੀ ਕਰਨ ਦੀ ਗੱਲ ਆਉਂਦੀ ਹੈ, ਜਦੋਂ ਪਰਮੇਸ਼ਵਰ ਨਾਲ ਮਿਲਣ ਦੀ ਗੱਲ ਆਉਂਦੀ ਹੈ, ਤਾਂ ਫਿਰ ਬੰਦੇ ਦੇ ਅੰਦਰ ਆਸ ਦੀ ਢਿੱਲ ਹੀ ਆ। ਫਿਰ ਪੱਕੀ ਆਸ ਹੈ ਹੀ ਨਹੀਂ, ਪੂਰੀ ਆਸ ਹੈ ਨਹੀਂ ਗੀ। ਬੰਦਾ ਗੜਬੜਾ ਗਿਆ ਹੈ ਇਸ ਗੱਲ ਦੇ ਵਿੱਚ। ਪਰ ਅੱਜ ਪ੍ਰਭੂ ਦੇ ਬੱਚਿਓ, ਇਸ ਗੱਲ ਨੂੰ ਠੀਕ ਸਮਝ ਜਾਈਏ ਕਿ ਆਸ ਪੂਰੀ ਹੋਣੀ ਬੜੀ ਜ਼ਰੂਰੀ ਹੈ। ਇਸ ਗੱਲ ਨੂੰ ਹੋਰ ਅੱਗੇ ਸਿੱਖੀਏ। ਉਸ ਤੋਂ ਪਹਿਲਾਂ ਇੱਕ ਉਦਾਹਰਣ ਪੜਾਂਗੇ। ਹਿਜ਼ਕੀਏਲ ਦੀ ਕਿਤਾਬ ਨੂੰ ਖੋਲਾਂਗੇ। ਹਿਜ਼ਕੀਏਲ ਦੀ ਕਿਤਾਬ ਜੋ 37 ਅਧਿਆਇ ਹੈ, ਹਿਜ਼ਕੀਏਲ ਦੀ ਕਿਤਾਬ ਉਸ ਦਾ 37 ਅਧਿਆਇ ਜੋ ਹੈ, ਉੱਥੇ ਇੱਕ ਉਦਾਹਰਣ ਸਵਰੂਪ ਜੋ ਹੈ ਇੱਕ ਗੱਲ ਜਿਹੜੀ ਹੈ ਪਰਮੇਸ਼ਰ ਨੇ ਆਪਣੇ ਬੰਦੇ ਹਿਜ਼ਕੀਏਲ ਦੇ ਦੁਆਰਾ ਲੋਕਾਂ ਨੂੰ ਸਮਝਾਈ ਹੈ। ਹਿਜ਼ਕੀਏਲ ਉਸ ਵਕਤ ਦਾ ਨਬੀ ਹੈ ਜਦੋਂ ਪ੍ਰਭੂ ਦੇ ਲੋਕ ਜਿਹੜੇ ਯਹੂਦੀ ਆ ਉਹ ਬਾਬਲ ਦੀ ਗੁਲਾਮੀ ਵਿੱਚ ਜਾ ਚੁੱਕੇ, ਜਾਂ ਕੋ ਸਟੈਪ ਬਾਈ ਸਟੈਪ ਜਾ ਰਹੇ। ਔਰ ਹਿਜ਼ਕੀਏਲ ਜਿਹੜਾ ਉਸ ਵਕਤ ਜਿਹੜਾ ਬਾਬਲ ਦੇ ਵਿੱਚ ਨਬੀ ਹੈ, ਜਦੋਂ ਉਹ ਜਿਹੜੇ ਪ੍ਰਭੂ ਦੇ ਲੋਕ ਯਹੂਦੀ ਉੱਥੇ ਗੁਲਾਮ ਬਣ ਗਏ। ਜਦੋਂ ਹੁਣ ਉਹ ਗੁਲਾਮ ਬਣ ਗਏ, ਉਹਨਾਂ ਦੀ ਅਵਸਥਾ ਜਿਹੜੀ ਹੈ ਉਹ ਵਰਣਨ ਕੀਤੀ ਗਈ ਹੈ। ਜਿਹੜਾ 37 ਅਧਿਆਇ ਹੈ ਇਸ ਨੂੰ ਅਸੀਂ ਸ਼ੁਰੂ ਤੋਂ ਪੜਾਂਗੇ। ਯਹੋਵਾ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਯਹੋਵਾ ਦੇ ਆਤਮਾ ਵਿੱਚ ਬਾਹਰ ਲੈ ਗਿਆ ਅਤੇ ਉਸ ਵਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ ਮੈਨੂੰ ਉਤਾਰ ਦਿੱਤਾ ਅਤੇ ਮੈਨੂੰ ਉਹਨਾਂ ਦੇ ਆਲੇ ਦੁਆਲੇ ਚੁਫੇਰੇ ਫਿਰਾਇਆ। ਅਤੇ ਵੇਖੋ ਉਸ ਵਾਦੀ ਦੇ ਮੂੰਹ ਉੱਤੇ ਬਹੁਤ ਸਾਰੀਆਂ ਸਨ ਅਤੇ ਵੇਖੋ ਬਹੁਤ ਸੁੱਕੀਆਂ ਹੋਈਆਂ ਸਨ। ਅਤੇ ਉਹਨੇ ਮੈਥੋਂ ਪੁੱਛਿਆ, ਹੇ ਆਦਮੀ ਦੇ ਪੁੱਤਰ, ਕੀ ਇਹ ਹੱਡੀਆਂ ਜੀ ਸਕਦੀਆਂ ਹਨ? ਮੈਂ ਆਖਿਆ, ਹੇ ਪ੍ਰਭੂ ਯਹੋਵਾ, ਤੂੰ ਹੀ ਜਾਣਦਾ ਹੈ। ਫਿਰ ਉਸਨੇ ਮੈਨੂੰ ਆਖਿਆ, ਤੂੰ ਇਹਨਾਂ ਹੱਡੀਆਂ ਉੱਤੇ ਅਗੰਮ ਬਾਚ ਅਤੇ ਇਹਨਾਂ ਨੂੰ ਆਖ, ਹੇ ਸੁੱਕੀ ਹੱਡੀਓ, ਯਹੋਵਾ ਦਾ ਵਚਨ ਸੁਣੋ। ਪ੍ਰਭੂ ਯਹੋਵਾ ਇਹਨਾਂ ਹੱਡੀਆਂ ਨੂੰ ਇਉਂ ਫਰਮਾਉਂਦਾ ਹੈ, ਵੇਖੋ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਅਤੇ ਤੁਸੀਂ ਜਿਉਂਦੀਆਂ ਹੋ ਜਾਓਗੀਆਂ ਅਤੇ ਮੈਂ ਤੁਹਾਡੇ ਉੱਤੇ ਨਾੜਾਂ ਦਿਆਂਗਾ ਅਤੇ ਤੁਹਾਡੇ ਉੱਤੇ ਮਾਸ ਚੜਾਵਾਂਗਾ ਅਤੇ ਤੁਹਾਨੂੰ ਚੰਮ ਨਾਲ ਢਕਾਂਗਾ ਅਤੇ ਤੁਹਾਡੇ ਵਿੱਚ ਆਤਮਾ ਪਾਵਾਂਗਾ ਅਤੇ ਤੁਸੀਂ ਜੀ ਪਵੋਗੀਆਂ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾ ਹਾਂ। ਸੋ ਮੈਂ ਹੁਕਮ ਅਨੁਸਾਰ ਅਗੰਮ ਬਾਚਿਆ ਅਤੇ ਜਿਸ ਵੇਲੇ ਮੈਂ ਅਗੰਮ ਬਾਚ ਰਿਹਾ ਸਾਂ ਤਾਂ ਇੱਕ ਸ਼ੋਰ ਆਇਆ ਅਤੇ ਵੇਖੋ ਭੁਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ। ਅਤੇ ਮੈਂ ਵੇਖਿਆ ਤਾਂ ਕੀ ਵੇਖਦਾ ਹਾਂ ਕਿ ਉਹਨਾਂ ਉੱਤੇ ਨਾੜਾਂ ਤੇ ਮਾਸ ਚੜ੍ਹ ਆਇਆ ਅਤੇ ਚੰਮ ਨੇ ਉਹਨਾਂ ਨੂੰ ਢੱਕ ਲਿਆ, ਪਰ ਉਹਨਾਂ ਵਿੱਚ ਆਤਮਾ ਨਹੀਂ ਸੀ। ਤਦ ਉਹਨੇ ਮੈਨੂੰ ਆਖਿਆ ਕਿ ਆਤਮਾ ਲਈ ਅਗੰਮ ਬਾਚ, ਹੇ ਆਦਮੀ ਦੇ ਪੁੱਤਰ ਅਗੰਮ ਬਾਚ, ਤੂੰ ਆਤਮਾ ਨੂੰ ਆਖ ਕਿ ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਹੇ ਆਤਮਾ, ਤੁਸੀਂ ਚੁਫੇਰਿਆਂ ਦੀਆਂ ਹਵਾਵਾਂ ਤੋਂ ਆਓ ਅਤੇ ਵੱਡਿਆਂ ਹੋਇਆਂ ਵਿੱਚ ਆਤਮਾ ਪਾਓ ਕਿ ਉਹ ਜਿਉਂਦੀਆਂ ਹੋ ਜਾਣ। ਸੋ ਮੈਂ ਉਹਦੇ ਹੁਕਮ ਦੇ ਅਨੁਸਾਰ ਅਗੰਮ ਬਾਚਿਆ ਅਤੇ ਉਹਨਾਂ ਵਿੱਚ ਆਤਮਾ ਪੈ ਗਿਆ ਅਤੇ ਉਹ ਜਿਉਂਦੀਆਂ ਹੋ ਕੇ ਆਪਣੇ ਪੈਰਾਂ ਪਰਨੇ ਖਲੋ ਗਈਆਂ। ਇੱਕ ਬਹੁਤ ਹੀ ਵੱਡੀ ਫੌਜ ਸੀ। ਤਦ ਉਹਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਇਹ ਹੱਡੀਆਂ ਇਸਰਾਇਲ ਦਾ ਸਾਰਾ ਘਰਾਣਾ ਹੈ। ਵੇਖੋ, ਇਹ ਆਖਦੇ ਹਨ, ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡੀ ਆਸ ਮੁੱਕ ਗਈ, ਅਸੀਂ ਤਾਂ ਉੱਕੇ ਕੱਟੇ ਗਏ। ਇਸ ਲਈ ਤੂੰ ਅਗੰਮ ਬਾਚ ਅਤੇ ਇਹਨਾਂ ਨੂੰ ਆਖ, ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਹੇ ਮੇਰੇ ਲੋਕੋ, ਵੇਖੋ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਅਤੇ ਇਜ਼ਰਾਇਲ ਦੀ ਭੂਮੀ ਵਿੱਚ ਲਿਆਵਾਂਗਾ ਅਤੇ
हे मेरे लोको, ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਅਤੇ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਹਾਂ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜਿਉਂਦੇ ਹੋ ਜਾਵੋਗੇ ਅਤੇ ਮੈਂ ਤੁਹਾਨੂੰ ਤੁਹਾਡੀ ਭੂਮੀ ਉੱਤੇ ਵਸਾਵਾਂਗਾ। ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਨੇ ਫਰਮਾਇਆ ਅਤੇ ਮੈਂ ਹੀ ਪੂਰਾ ਕੀਤਾ। ਯਹੋਵਾ ਦਾ ਵਾਕ ਹੈ। ਆਮੀਨ। ਇਹ ਜੋ ਵਚਨ ਹੈ, ਜਦੋਂ ਅਸੀਂ ਇਸ ਵਚਨ ਨੂੰ ਪੜ੍ਹ ਰਹੇ ਹਾਂ, ਇਹ ਵਚਨ ਹਿਜ਼ਕੀਏਲ 37 ਅਧਿਆਇ ਨੂੰ ਅਸੀਂ ਪੜ੍ਹ ਰਹੇ ਹਾਂ। ਇਸ ਵਚਨ ਨੂੰ ਜਦੋਂ ਅਸੀਂ ਦੇਖ ਰਹੇ ਹਾਂ, ਇੱਥੇ ਪ੍ਰਭੂ ਨੇ ਇੱਕ ਚਿੱਤਰ ਪੇਸ਼ ਕੀਤਾ ਹੈ। ਜਿਹੜਾ ਇਹ ਚਿੱਤਰ ਹੈ, ਇਹ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਦਰਸ਼ਨ ਵਿੱਚ ਹੈ ਪਰਮੇਸ਼ਰ ਦਾ ਦਾਸ। ਉਹਨੂੰ ਇੱਕ ਦਰਸ਼ਨ ਦਿਖਾਈ ਦਿੱਤਾ ਹੈ। ਉਸ ਦਰਸ਼ਨ ਦੇ ਵਿੱਚ ਕੀ ਹੈ? ਜਿਹੜਾ ਉਸ ਦਰਸ਼ਨ ਦੇ ਵਿੱਚ ਉਹ ਕੀ ਦੇਖ ਰਿਹਾ ਹੈ? ਉਸ ਦਰਸ਼ਨ ਦੇ ਵਿੱਚ ਉਹ ਦੇਖ ਰਿਹਾ ਹੈ ਕਿ ਇੱਕ ਬਾਦੀ ਹੈ ਔਰ ਉਸ ਬਾਦੀ ਦੇ ਵਿੱਚ ਇੰਨੀਆਂ ਬੇਸ਼ੁਮਾਰ ਸੁੱਕੀਆਂ ਹੱਡੀਆਂ ਪਈਆਂ ਹਨ, ਬਹੁਤ ਸਾਰੀਆਂ ਹਨ, ਸੁੱਕੀਆਂ ਹਨ। ਸੁੱਕੀਆਂ ਦਾ ਮਤਲਬ ਇਹ ਹੈ ਕਿ ਬਹੁਤ ਦੇਰ ਤੋਂ ਜੋ ਲੋਕ ਮਰ ਗਏ ਹੋਣ ਅਤੇ ਹੁਣ ਕਾਫੀ ਦੇਰ ਤੋਂ ਉਹ ਹੱਡੀਆਂ ਪਈਆਂ ਰਹੀਆਂ ਹੋਣ, ਉਹ ਧੁੱਪ ਨਾਲ ਸੁੱਕ ਗਈਆਂ ਹੋਣ ਅਤੇ ਵੱਖ-ਵੱਖ ਹੋ ਗਈਆਂ ਹੋਣ। ਕੰਕਾਲ ਨਹੀਂ ਸੀ ਪਏ, ਇੱਦਾਂ ਤਾਜ਼ੇ ਕੰਕਾਲ ਨਹੀਂ ਸੀ, ਮਾਸ ਸਮੇਤ ਕੰਕਾਲ ਨਹੀਂ ਸੀ, ਬਲਕਿ ਉਹ ਸੁੱਕੀਆਂ ਹੱਡੀਆਂ ਸੀਗੀਆਂ। ਜਦੋਂ ਸੁੱਕੀਆਂ ਹੱਡੀਆਂ ਸੀਗੀਆਂ, ਉਹ ਪੂਰਨਤਾਈ ਨਾਲ ਇੱਦਾਂ ਸਾਰੀ ਵਾਦੀ ਵਿੱਚ ਫੈਲੀਆਂ ਹੋਈਆਂ ਸੀਗੀਆਂ, ਬਹੁਤ ਸਾਰੀਆਂ ਸੀਗੀਆਂ। ਪ੍ਰਭੂ ਨੇ ਆਪਣੇ ਬੰਦੇ ਨੂੰ ਪੁੱਛਿਆ ਕਿ ਇਹ ਹੱਡੀਆਂ ਜੀਉ ਸਕਦੀਆਂ ਹਨ? ਉਹ ਕਹਿੰਦਾ, ਪ੍ਰਭੂ ਤੂੰ ਹੀ ਜਾਣਦਾ, ਮੈਨੂੰ ਨਹੀਂ ਪਤਾ। ਅੱਜ ਮੇਰੇ ਭੈਣ ਭਰਾਓ, ਅਸੀਂ ਪ੍ਰਭੂ ਦੀ ਸੇਵਾ ਕਰਦੇ ਹਾਂ, ਪ੍ਰਭੂ ਦੇ ਸੇਵਕ ਹਾਂ। ਜਦੋਂ ਅਸੀਂ ਪ੍ਰਭੂ ਦੀ ਸੇਵਾ ਕਰਦੇ ਹਾਂ, ਪ੍ਰਭੂ ਦੇ ਸੇਵਕ ਹਾਂ, ਬਹੁਤ ਸਾਰੀਆਂ ਗੱਲਾਂ ਸਾਨੂੰ ਵੀ ਨਹੀਂ ਪਤਾ ਹੈਗੀਆਂ, ਨਹੀਂ ਪਤਾ ਹੈਗੀਆਂ। ਜੇ ਕੋਈ ਸੇਵਕ ਕਹੇ ਮੈਨੂੰ ਸਾਰੀਆਂ ਗੱਲਾਂ ਪਤਾ ਹੈ ਨਾ, ਤੇ ਉਹ ਝੂਠ ਬੋਲਦਾ ਹੈ। ਸਾਰੀਆਂ ਗੱਲਾਂ ਨਹੀਂ ਪਤਾ, ਸਾਰੀਆਂ ਗੱਲਾਂ ਸਾਡੇ ਪ੍ਰਭੂ ਨੂੰ ਪਤਾ ਹੈ। ਪਰ ਜਿੰਨੀ ਲੋੜ ਹੁੰਦੀ ਉਹ ਸਾਨੂੰ ਦੱਸਦਾ ਅਤੇ ਜੋ ਉਹਨੇ ਸਾਡੇ ਤੋਂ ਕਰਾਉਣਾ ਹੁੰਦਾ ਉਹ ਕਰਾਉਂਦਾ ਹੈ। ਅਸੀਂ ਕਰਦੇ ਨਹੀਂ, ਬਲਕਿ ਉਹ ਸਾਡੇ ਤੋਂ ਕਰਾਉਂਦਾ ਹੈ। ਯਿਸੂ ਮਸੀਹ ਨੇ ਆਪਣੀ ਭਾਸ਼ਾ ਵਿੱਚ ਇਹ ਗੱਲ ਕਹੀ, ਮੇਰਾ ਪਿਤਾ ਮੈਨੂੰ ਆਪਣੇ ਕੰਮ ਦਿਖਾਉਂਦਾ ਆ। ਯਿਸੂ ਨੇ ਨਹੀਂ ਕਿਹਾ ਕਿ ਮੈਂ ਕੰਮ ਕਰਦਾ, ਯਿਸੂ ਨੇ ਕਿਹਾ ਮੇਰਾ ਪਿਤਾ ਮੈਨੂੰ ਆਪਣੇ ਕੰਮ ਦਿਖਾਉਂਦਾ ਆ ਔਰ ਮੈਨੂੰ ਇਸ ਤੋਂ ਵੀ ਵੱਡੇ ਕੰਮ ਦਿਖਾਏਗਾ। ਪ੍ਰਭੂ ਦੀ ਸਤੁਤੀ ਹੋਵੇ। ਔਰ ਇਹ ਜਿਹੜੀ ਗੱਲ ਹੈ, ਇੱਕ ਸੇਵਕ ਦੀ ਹਸਤੀ ਇਹੀ ਹੈ, ਇੱਕ ਸੇਵਕ ਦੀ ਹੈਸੀਅਤ ਇਹੀ ਹੈ ਕਿ ਪ੍ਰਭੂ ਨੂੰ ਵੱਡੇ ਕੰਮ ਦਿਖਾਉਂਦਾ ਹੈ, ਪਰ ਕਰਦਾ ਪ੍ਰਭੂ ਖੁਦ ਹੈ। ਸੇਵਕ ਨਹੀਂ ਕਰਦਾ ਹੈ, ਪ੍ਰਭੂ ਕਰਦਾ ਹੈ। ਹੁਣ ਜਿਹੜੀ ਇਹ ਚੀਜ਼ ਹੈ, ਪ੍ਰਭੂ ਦਾ ਬੰਦਾ ਉਹਨੂੰ ਕਹਿੰਦਾ, ਪ੍ਰਭੂ ਜੀ ਮੈਨੂੰ ਨਹੀਂ ਪਤਾ, ਤੈਨੂੰ ਹੀ ਪਤਾ ਹੈ, ਤੂੰ ਜਾਣਦਾ ਆ। ਤੇ ਪ੍ਰਭੂ ਨੇ ਕਿਹਾ ਠੀਕ ਹੈ, ਜੇ ਮੈਂ ਜਾਣਦਾ ਆ, ਜਿੱਦਾਂ ਮੈਂ ਕਹਿੰਦਾ ਤੂੰ ਉੱਦਾਂ ਬੋਲ। ਅੱਜ ਸਾਨੂੰ ਜ਼ਰੂਰਤ ਹੈ ਜਿੱਦਾਂ ਪ੍ਰਭੂ ਸਾਨੂੰ ਕਹਿੰਦਾ ਉੱਦਾਂ ਅਸੀਂ ਬੋਲੀਏ। ਅਸੀਂ ਆਪਣੇ ਖਿਆਲਾਂ ਦੇ ਅਨੁਸਾਰ ਨਾ ਬੋਲੀਏ, ਆਪਣੇ ਜਜ਼ਬਾਤਾਂ ਦੇ ਅਨੁਸਾਰ ਨਾ ਬੋਲੀਏ, ਆਪਣੀ ਹਸਤੀ ਦੇ ਅਨੁਸਾਰ ਨਾ ਬੋਲੀਏ, ਬਲਕਿ ਜਿੱਦਾਂ ਪਰਮੇਸ਼ਰ ਕਹਿੰਦਾ ਉੱਦਾਂ ਬੋਲੀਏ। ਜਿੱਦਾਂ ਪਰਮੇਸ਼ਰ ਕਹਿੰਦਾ ਉੱਦਾਂ ਬੋਲੀਏ, ਜੋ ਪਰਮੇਸ਼ਰ ਕਹਿੰਦਾ ਉਹ ਬੋਲੀਏ। ਆਏ ਪ੍ਰਭੂ ਦੇ ਬੱਚਿਓ, ਹਰ ਇੱਕ ਵਿਸ਼ਵਾਸੀ ਇੱਕ ਜਾਜਕਾਈ ਦੇ ਵਿੱਚ, ਇੱਕ ਸੇਵਕਾਈ ਦੇ ਵਿੱਚ ਹੈ ਔਰ ਪਰਮੇਸ਼ਵਰ ਜਿੱਦਾਂ ਤੁਹਾਨੂੰ ਕਹਿੰਦਾ ਹੈ ਉੱਦਾਂ ਤੁਹਾਨੂੰ ਬੋਲਣ ਦੀ ਜ਼ਰੂਰਤ ਹੈ। ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਪ੍ਰਭੂ ਨੇ ਉਹਨੂੰ ਕਿਹਾ ਬੋਲਣਾ ਸ਼ੁਰੂ ਕਰ, ਤੂੰ ਬੋਲਣਾ ਸ਼ੁਰੂ ਕਰ। ਹੱਡੀਆਂ ਨਾਲ ਜੁੜਨ, ਹੱਡੀਆਂ ਨਾਲ ਜੁੜਨ। ਜਦੋਂ ਉਹਨੂੰ ਕਿਹਾ ਗਿਆ, ਉਹਨੇ ਬੋਲਿਆ। ਜਦੋਂ ਉਹਨੇ ਬੋਲਿਆ ਤੇ ਇੱਕ ਪੁੰਚਾਲ ਆਇਆ। ਜਦੋਂ ਇਹ ਪੁੰਚਾਲ ਆਇਆ, ਉਸ ਪੁੰਚਾਲ ਦੇ ਵਿੱਚ ਕੀ ਸੀਗਾ? ਇੱਕ ਹੱਡੀ ਦੂਸਰੀ ਹੱਡੀ ਨਾਲ ਆਪਣੇ ਆਪ ਹੀ ਜੁੜ ਗਈ। ਕਿੰਨੀਆਂ ਹੱਡੀਆਂ ਸੀਗੀਆਂ, ਕਿੰਨੇ ਮਨੁੱਖਾਂ ਦੀਆਂ ਹੱਡੀਆਂ ਸੀਗੀਆਂ, ਪਰ ਕਿੱਥੇ ਜੁੜ ਗਈ ਜਾ ਕੇ? ਹਰ ਹੱਡੀ ਆਪਣੇ ਕੰਕਾਲ ਦੇ ਨਾਲ ਹੀ ਜੁੜ ਗਈ। ਹਰ ਹੱਡੀ ਆਪਣੀ ਹੱਡੀ ਨਾਲ ਜੁੜ ਗਈ। ਹਰ ਹੱਡੀ ਆਪਣੀ ਹੱਡੀ ਨਾਲ ਜੁੜ ਗਈ ਔਰ ਹੱਡੀਆਂ ਜੁੜ ਗਈਆਂ। ਹਰ ਇੱਕ ਹੱਡੀ ਆਪਣੀ ਹੱਡੀ ਨਾਲ ਜੁੜ ਗਈ। ਫਿਰ ਉਹਨੇ, ਪ੍ਰਭੂ ਦੇ ਬੰਦੇ ਨੇ ਦੇਖਿਆ ਕਿ ਉਸ ਵਕਤ ਨਾੜਾਂ ਲਈ ਅਗੰਬਾ ਕਰ, ਤੇ ਉਹਨੇ ਨਾੜਾਂ ਲਈ ਅਗੰਬਾ ਕੀਤਾ। ਜਦੋਂ ਉਹਨੇ ਨਾੜਾਂ ਲਈ ਅਗੰਬਾ ਕੀਤਾ, ਉਹਨਾਂ 'ਤੇ ਨਾੜਾਂ ਔਰ ਮਾਸ ਚੜ ਗਿਆ, ਉਹਨਾਂ 'ਤੇ ਆਤਮਾ ਨਹੀਂ ਸੀਗੀਆਂ। ਉਹਨੇ ਆਤਮਾ ਲਈ, ਪ੍ਰਭੂ ਨੇ ਉਹਨੂੰ ਕਿਹਾ ਆਤਮਾ ਲਈ ਅਗੰਬਾ ਕਰ। ਜਦੋਂ ਉਹਨੇ ਆਤਮਾ ਬੋਲਿਆ ਤੇ ਸਾਰਿਆਂ 'ਚ ਆਤਮਾ ਆ ਗਿਆ। ਜਦੋਂ ਆਤਮਾ ਬੋਲਿਆ, ਉਹ ਸਾਰਿਆਂ ਜਿਹੜੀਆਂ ਪੈਰਾਂ ਭਰਨੇ ਉੱਠ ਕੇ ਖਲੋ ਗਏ, ਸਾਰੇ ਖਲੋ ਗਏ। ਔਰ ਵੱਡੀ ਫੌਜ ਸੀ, ਥੋੜੇ ਜਿਹੇ ਨਹੀਂ ਸੀਗੇ, ਵੱਡੀ ਫੌਜ ਸੀ। ਪ੍ਰਭੂ ਦੀ ਸਤੁਤੀ ਹੋਵੇ। ਜਦੋਂ ਹੁਣ ਪ੍ਰਭੂ ਨੇ ਇਸ ਗੱਲ ਦੀ ਵਿਆਖਿਆ ਕੀਤੀ, ਪ੍ਰਭੂ ਨੇ ਵਿਆਖਿਆ ਵੀ ਆਪਣੇ ਸ਼ਬਦਾਂ ਵਿੱਚ ਕੀਤੀ। ਪ੍ਰਭੂ ਨੇ ਇਸ ਗੱਲ ਦੀ ਵਿਆਖਿਆ ਕੀਤੀ ਹੈ। ਤਦ ਉਹਨੇ ਮੈਨੂੰ ਆਖਿਆ, ਪੁੱਤਰ ਦਾ ਘਰਾਣਾ ਹੈ। ਵੇਖੋ, ਇਹ ਆਖਦੇ ਹਨ ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡੀ ਆਸ ਮੁੱਕ ਗਈ
ਅਸੀਂ ਤਾਂ ਉੱਕੇ ਕੱਟੇ ਗਏ। ਆਹ ਜਿਹੜੀ ਗੱਲ ਹੈ ਇਹ ਬੜੀ ਸਪਸ਼ਟ ਰੂਪ ਵਿੱਚ ਸਮਝਣੀ ਜ਼ਰੂਰੀ ਹੈ ਕਿ ਪਰਮੇਸ਼ਵਰ ਜਦੋਂ ਬੋਲਦਾ ਹੈ, ਪਰਮੇਸ਼ਵਰ ਜਦੋਂ ਇਸ ਗੱਲ ਨੂੰ ਸਮਝਾਉਂਦਾ ਹੈ ਤਾਂ ਪਰਮੇਸ਼ਵਰ ਕੀ ਕਹਿੰਦਾ ਹੈ? ਪਰਮੇਸ਼ਵਰ ਕਹਿੰਦਾ ਜਿਹੜੀਆਂ ਸੁੱਕੀਆਂ ਹੱਡੀਆਂ ਤੂੰ ਦੇਖੀਆਂ ਹਨ, ਇਹ ਸਾਰਾ ਜੋ ਹੈ ਇਸਰਾਇਲ ਦਾ ਖਾਨਦਾਨ ਹੈ। ਇਹ ਇਸਰਾਇਲ ਦਾ ਖਾਨਦਾਨ ਹੈ। ਇਹ ਜਿਹੜਾ ਇਸਰਾਇਲ ਦਾ ਖਾਨਦਾਨ ਹੈ, ਇਸਰਾਇਲ ਦਾ ਘਰਾਣਾ ਹੈ, ਕੀ ਕਹਿ ਰਿਹਾ? ਇਹ ਘਰਾਣਾ ਇਹ ਕਹਿ ਰਿਹਾ ਆ ਕਿ ਸਾਡੀ ਆਸ ਮੁੱਕ ਗਈ ਆ, ਅਸੀਂ ਤਾਂ ਉੱਕੇ ਹੀ ਕੱਟੇ ਗਏ ਆ, ਸਾਡੀਆਂ ਹੱਡੀਆਂ ਸੁੱਕ ਗਈਆਂ, ਸਾਡੀਆਂ ਹੱਡੀਆਂ ਸੁੱਕ ਗਈਆਂ, ਸਾਡੀ ਆਸ ਮੁੱਕ ਗਈ, ਅਸੀਂ ਉੱਕੇ ਕੱਟੇ ਗਏ, ਗੁਲਾਮੀ 'ਚ ਪਏ ਹੋਏ। ਇਹ ਗੱਲ ਉਹ ਕਿਉਂ ਕਹਿ ਰਹੇ? ਕਿਉਂਕਿ ਗੁਲਾਮੀ 'ਚ ਪਏ ਹੋਏ ਆ, ਗੁਲਾਮੀ 'ਚ ਪਏ ਹੋਏ ਆ। ਉਹਨਾਂ ਨੂੰ ਇੱਦਾਂ ਲੱਗਦਾ ਆ ਕਿ ਹੁਣ ਅਸੀਂ ਬਾਬਲ ਤੋਂ ਕਦੀ ਬਾਹਰ ਨਹੀਂ ਜਾ ਸਕਦੇ। ਉਹਨਾਂ ਨੂੰ ਇੱਦਾਂ ਲੱਗਦਾ ਹੈ ਕਿ ਹੁਣ ਅਸੀਂ ਕਦੀ ਬਾਬਲ ਤੋਂ ਬਾਹਰ ਨਹੀਂ ਜਾ ਸਕਦੇ। ਪਰ ਅੱਜ ਮੇਰੇ ਭੈਣ ਭਰਾ ਇਸ ਗੱਲ ਨੂੰ ਸਮਝ ਜਾਓ, ਅੱਜ ਦੁਨੀਆ ਵਿੱਚ ਜਿੱਥੇ ਆਪਾਂ ਰਹਿ ਰਹੇ ਹਾਂ, ਇੱਥੇ ਦਾ ਮਾਹੌਲ ਆ, ਇੱਥੇ ਵੀ ਸ਼ੈਤਾਨ ਦਾ ਰਾਜ ਆ, ਸ਼ੈਤਾਨ ਦੇ ਰਾਜ 'ਚ ਅਸੀਂ ਰਹਿ ਰਹੇ ਹਾਂ। ਜਦੋਂ ਸ਼ੈਤਾਨ ਦੇ ਰਾਜ 'ਚ ਅਸੀਂ ਰਹਿ ਰਹੇ ਹਾਂ, ਇੱਦਾਂ ਅਗਰ ਕਿਸੇ ਨੂੰ ਕਹੀਏ ਕਿ ਇਹ ਜੂਲੇ ਟੁੱਟ ਜਾਣੇ ਆ, ਇਹ ਸ਼ੈਤਾਨ ਹਾਰ ਜਾਊਗਾ, ਇਹ ਵਿਰੋਧੀ ਜੋ ਕਾਲ ਹੈ ਇਹ ਤੁਹਾਡੇ ਉੱਤੇ ਫਤਿਹਮੰਦ ਨਹੀਂ ਰਹੂਗਾ, ਅਗਰ ਕਹੀਏ ਅਗਰ ਇਹ ਗੱਲ ਬੋਲੀਏ ਤਾਂ ਦੂਸਰਾ ਬੰਦਾ ਇੱਦਾਂ ਸਮਝਦਾ ਹੈ ਕਿ ਮਜ਼ਾਕ ਕਰਦੇ ਆ। ਅੱਜ ਬਹੁਤ ਸਾਰੇ ਲੋਕ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ ਕਿ ਯਿਸੂ ਮਸੀਹ ਬਿਮਾਰਾਂ ਨੂੰ ਠੀਕ ਕਰਦਾ, ਯਿਸੂ ਮਸੀਹ ਪਾਪ ਮਾਫ ਕਰਦਾ, ਯਿਸੂ ਮਸੀਹ ਮੁਕਤੀ ਦਾਤਾ ਆ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਪੈਸੇ ਦੇ ਕੇ ਲੋਕਾਂ ਨੂੰ ਯਿਸੂ ਮਸੀਹ ਦੇ ਨਾਲ ਜੋੜਿਆ ਜਾਂਦਾ। ਪਰ ਇੱਕ ਬੇਨਤੀ ਆ, ਜਿਹੜਾ ਪੈਸਿਆਂ 'ਚ ਵਿਕ ਜਾਵੇ ਉਹ ਬੰਦਾ ਨਹੀਂ ਹੁੰਦਾ। ਜਿਹੜਾ ਪੈਸੇ ਲੈ ਕੇ ਵਿਕ ਜਾਵੇ ਉਹ ਬੰਦਾ ਨਹੀਂ ਹੁੰਦਾ। ਭਗਤ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ, ਪਰਮੇਸ਼ਰ ਨਾਲ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਆ, ਭਗਤ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ। ਉਹ ਬੰਦਾ ਹੀ ਨਹੀਂ ਜਿਹੜਾ ਪੈਸਿਆਂ 'ਚ ਵਿਕ ਜਾਵੇ। ਈਮਾਨ ਪੈਸਿਆਂ 'ਚ ਨਹੀਂ ਵਿਕਦਾ, ਨਾ ਕੋਈ ਇਮਾਨਦਾਰ ਨੂੰ ਖਰੀਦ ਸਕਦਾ ਹੈ। ਇਮਾਨਦਾਰ ਬਣਾਉਣ ਵਾਲਾ ਕੇਵਲ ਪਰਮੇਸ਼ਵਰ ਆ। ਉਹਨੇ ਆਪਣੀ ਜਾਨ ਦੇ ਕੇ ਇਸ ਦੁਨੀਆ ਦੇ ਵਿੱਚ ਆਤਮਾ ਬਹਾਇਆ ਆ ਔਰ ਇਮਾਨਦਾਰ ਬਣਾਉਣ ਦੀ ਨੀਂਹ ਰੱਖੀ ਆ ਉਹਨੇ। ਆ ਜਿਹੜੇ ਇਹ ਕਹਿੰਦੇ ਆ ਕਿ ਪੈਸੇ ਦੇ ਕੇ ਲੋਕਾਂ ਨੂੰ ਮਸੀਹ ਬਣਾਉਂਦੇ ਆ, ਉਹਨਾਂ ਅੱਗੇ ਬੇਨਤੀ ਇਸ ਗੱਲ ਨੂੰ ਸਮਝ ਜਾਓ, ਇਹ ਗੱਲ ਕਿਆਮਤ ਦਿਨ ਤੁਹਾਨੂੰ ਦੇਣੀ ਪਊਗੀ ਪਰਮੇਸ਼ਵਰ ਦੇ ਅੱਗੇ। ਇਹ ਇੱਕ ਕੋਰਾ ਝੂਠ ਆ। ਇਸ ਲਈ ਬੇਨਤੀ ਆ, ਜਿਹੜੇ ਬੰਦੇ ਨੇ ਪ੍ਰਭੂ ਨਾਲ ਮਿਲਾਪ ਕਰ ਲਿਆ, ਉਹਨੂੰ ਪਤਾ ਹੈ ਕਿ ਮੈਂ ਪ੍ਰਭੂ ਨਾਲ ਮਿਲਾਪ ਕਿੱਦਾਂ ਕੀਤਾ। ਪਰ ਇਸ ਦੁਨੀਆ ਦੇ ਵਿੱਚ ਅਗਰ ਇਹ ਗੱਲ ਕਹਿੰਦੇ ਆ ਕਿ ਤੁਹਾਡਾ ਪ੍ਰਭੂ ਨਾਲ ਮਿਲਾਪ ਹੋ ਸਕਦਾ ਆ, ਤੇ ਬੰਦਾ ਕਹਿੰਦਾ ਮੇਰੇ ਕਰਮਾਂ 'ਚ ਨਹੀਂ ਹੀ ਹੈਗਾ। ਭਾਈ ਗੱਲ ਇਹ ਆ, ਤੂੰ ਬੰਦਾ ਬਣਿਆ, ਜੇ ਬੰਦਾ ਹੋ ਕੇ ਤੇਰੇ ਕਰਮਾਂ 'ਚ ਪਰਮੇਸ਼ਰ ਨਾਲ ਮਿਲਣਾ ਨਹੀਂ ਹੈਗਾ ਤਾਂ ਫਿਰ ਕਦੋਂ ਨੂੰ ਹੋਣਾ? ਭਾਈ ਤੂੰ ਹੀ ਜਵਾਬ ਦੇ ਦੇ। ਇਸ ਲਈ ਅੱਜ ਬੇਨਤੀ ਆ, ਜਿਹੜੇ ਕਹਿੰਦੇ ਸਾਡੀ ਆਸ ਮੁੱਕ ਗਈ, ਜਿਹੜੇ ਕਹਿੰਦੇ ਸਾਡੀਆਂ ਹੱਡੀਆਂ ਸੁੱਕ ਗਈਆਂ, ਜਿਹੜੇ ਕਹਿੰਦੇ ਅਸੀਂ ਉੱਕੇ ਹੀ ਕੱਟੇ ਗਏ, ਉਹ ਲੋਕ ਪਰਮੇਸ਼ਵਰ ਦੇ ਹਿਸਾਬ ਨਾਲ ਮਰੇ ਹੋਏ ਲੋਕ ਆ। ਉਹ ਲੋਕ ਪਰਮੇਸ਼ਵਰ ਦੇ ਹਿਸਾਬ ਨਾਲ ਮਰੇ ਹੋਏ ਲੋਕ ਆ। ਜਿਹੜੇ ਕਹਿੰਦੇ ਸਾਡੀ ਆਸ ਮੁੱਕ ਗਈ, ਜਿਹੜੇ ਕਹਿੰਦੇ ਅਸੀਂ ਉੱਕੇ ਕੱਟੇ, ਜਿਹੜੇ ਕਹਿੰਦੇ ਹੱਡੀਆਂ ਸੁੱਕ ਗਈਆਂ, ਉਹ ਪਰਮੇਸ਼ਵਰ ਦੇ ਹਿਸਾਬ ਦੇ ਨਾਲ ਮਰੇ ਹੋਏ। ਪਰਮੇਸ਼ਵਰ ਨੇ ਆਦਿ ਕਾਲ 'ਚ ਆਦਮੀ ਨੂੰ ਕਿਹਾ, ਜਿਸ ਦਿਨ ਤੂੰ ਪਾਪ ਕਰੇਗਾ ਜ਼ਰੂਰ ਮਰੇਗਾ। ਆਦਮੀ ਨੂੰ ਕਿਹਾ, ਜਿਸ ਦਿਨ ਤੂੰ ਪਾਪ ਕਰੇਗਾ ਜ਼ਰੂਰ ਮਰੇਗਾ। ਆਦਮੀ ਨੇ ਪਾਪ ਕੀਤਾ, ਔਰਤ ਨੇ, ਆਦਮੀ ਨੇ ਪਾਪ ਕੀਤਾ, ਇਹਦਾ ਮਤਲਬ ਯਿਸੂ ਮਸੀਹ ਨੇ ਆਪਣੀ ਭਾਸ਼ਾ ਵਿੱਚ ਇਹਨੂੰ ਇੱਦਾਂ ਕਿਹਾ, ਮਗਰ ਆਇਆ, ਮੈਂ ਤੇਰੇ ਮਗਰ ਚੱਲਣਾ, ਪਰ ਮੇਰੇ ਪਿਤਾ ਦੀ ਮੌਤ ਹੋ ਗਈ ਆ, ਤੁਸੀਂ ਕਿਰਪਾ ਕਰਕੇ ਮੈਨੂੰ ਆਗਿਆ ਦਿਓ ਕਿ ਮੈਂ ਆਪਣੇ ਪਿਤਾ ਨੂੰ ਦਫਨਾਵਾਂ, ਫਿਰ ਮੈਂ ਤੇਰੇ ਮਗਰ ਚੱਲਾਂ। ਤੇ ਪ੍ਰਭੂ ਯਿਸੂ ਨੂੰ ਕਹਿੰਦੇ, ਮੁਰਦੇ ਆਪਣੇ ਮੁਰਦੇ, ਤੂੰ ਮੇਰੇ ਪਿੱਛੇ ਆ ਜਾ, ਮੁਰਦੇ ਦਬਣ ਦੇ, ਤੂੰ ਮੇਰੇ ਪਿੱਛੇ। ਯਿਸੂ ਮਸੀਹ ਦੇ ਨਾਲ ਆਦਿ ਕਾਲ ਤੋਂ ਇਹ ਗੱਲ ਏਦਾਂ ਹੀ ਆ, ਜਦੋਂ ਦਾ ਆਦਮੀ ਨੇ ਪਾਪ ਕੀਤਾ, ਔਰਤ ਨੇ ਪਾਪ ਕੀਤਾ, ਪਰਮੇਸ਼ਰ ਨਾਲ ਮਰੀ ਹੋਈ ਆ। ਹਰ ਪ੍ਰਕਾਰ ਦਾ ਗਿਆਨ ਬੰਦੇ ਨੂੰ ਆ, ਦੁਨੀਆ ਦੇ ਵਿੱਚ ਹਰ ਪ੍ਰਕਾਰ ਦੀ ਖਿਆਤੀ ਬੰਦਾ ਪ੍ਰਾਪਤ ਕਰ ਰਿਹਾ। ਬੰਦੇ ਨੇ ਹਰ ਪ੍ਰਕਾਰ ਦੀ ਮਸ਼ੀਨਰੀ ਬਣਾਤੀ, ਉਹਨੇ ਪਰਮੇਸ਼ਰ ਦੀ ਸਮਾਨਤਾ ਵਿੱਚ ਚੀਜ਼ਾਂ ਬਣਾਤੀਆਂ। ਅੱਜ ਮੇਰੇ ਭੈਣ ਭਰਾਓ, ਇਸ ਗੱਲ ਨੂੰ ਸੋਚੋ, ਪਰ ਜੜਤਾ ਇਹ ਆ
ਇਹ ਆ, ਡੈਡਨੈਸ ਇਹ ਆ, ਮੁਰਦਾਪਨ ਇਹ ਆ ਕਿ ਇੱਕ ਵਿਅਕਤੀ ਪਰਮੇਸ਼ਵਰ ਨੂੰ ਪਾਉਣ ਦੇ ਲਈ ਇੰਨਾ ਉਦਾਸੀਨ ਹੋ ਗਿਆ, ਉਹ ਕਹਿੰਦਾ ਨਹੀਂ, ਇਹ ਕੰਮ ਨਹੀਂ ਹੋ ਸਕਦਾ। ਅੱਜ ਮੇਰੇ ਭੈਣ ਭਰਾ, ਇਹਨਾਂ ਲੋਕਾਂ ਨੂੰ ਇਸਰਾਏਲ ਦੇ ਜ਼ਮਾਨੇ 'ਚ ਬਾਬਲ ਦੀ ਗੁਲਾਮੀ 'ਚ ਇੱਦਾਂ ਸੀ, ਇਹ ਕਹਿੰਦੇ ਸੀ ਅਸੀਂ ਬਾਬਲ ਦੀ ਗੁਲਾਮੀ ਤੋਂ ਕਦੀ ਜ਼ਿੰਦਗੀ ਪਰ ਬਾਹਰ ਨਹੀਂ ਸਕਦੇ। ਪਰਮੇਸ਼ਵਰ ਨੂੰ ਕਹਿੰਦਾ ਆ, ਤੁਸੀਂ ਤੁਹਾਡੀ ਹਾਲਤ ਮੁਰਦਿਆਂ ਜਿਹੀ ਆ, ਮੁਰਦੇ ਵੀ ਤਾਜ਼ੇ ਨਹੀਂ, ਜਿੱਦਾਂ ਹੱਡੀਆਂ ਅਬ ਦੇਰ ਮਰੇ ਹੋਏ ਹੋ। ਯਿਸੂ ਮਸੀਹ 4 ਦਿਨ ਦੇ ਮੁਰਦੇ ਨੂੰ ਜਿੰਦਾ ਕੀਤਾ। ਨਿਆਂ ਕਰਨ ਆਉਣ ਵਾਲਾ ਆ, ਕਿਆਮਤ ਆਉਣ ਵਾਲੀ ਆ, ਉਦੋਂ ਪ੍ਰਭੂ ਆਪਣੇ ਲੋਕਾਂ ਨੂੰ ਜਿੰਦਾ ਉਠਾਊਗਾ। ਭਾਵੇਂ ਜਿੰਨੇ ਸਾਲ ਮਰਜ਼ੀ ਹੋ ਗਏ, ਜਿੰਨੀਆਂ ਸਦੀਆਂ ਮਰਜ਼ੀ ਹੋ ਗਈਆਂ, ਦੁਨੀਆ ਤੋਂ ਪ੍ਰਭੂ ਯਿਸੂ ਮਸੀਹ ਉਠਾ ਲਊ। ਇਹ ਗੱਲ ਇਦਾਂ ਹੀ ਆ। ਔਰ ਇਸ ਲਈ ਪ੍ਰਭੂ ਇੱਥੇ ਕਹਿੰਦਾ ਇਹਨਾਂ ਨੂੰ ਤੂੰ ਕਹਿ, ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਇਹ ਮੇਰੇ ਲੋਕੋ ਵੇਖੋ, ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ, ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਅਤੇ ਇਸਰਾਏਲ ਦੀ ਭੂਮੀ ਵਿੱਚ ਲਿਆਵਾਂਗਾ। ਪ੍ਰਭੂ ਇਹ ਕਹਿ ਰਿਹਾ ਆਪਣੇ ਲੋਕਾਂ ਨਾਲ। ਪ੍ਰਭੂ ਕਹਿੰਦਾ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਬਰਾਂ 'ਚੋਂ ਬਾਹਰ ਕੱਢ ਲਿਆਉਂਗਾ, ਕਬਰਾਂ ਖੋਲ ਕੇ ਬਾਹਰ ਕੱਢ ਲਿਆਉਂਗਾ। ਪ੍ਰਭੂ ਕਹਿੰਦਾ ਤੁਹਾਨੂੰ ਅਗਰ ਤੁਸੀਂ ਮਰ ਵੀ ਜਾਓ, ਕਬਰਾਂ 'ਚ ਰੱਖੇ ਜਾਓ, ਪ੍ਰਭੂ ਕਹਿੰਦਾ ਮੈਂ ਕਬਰਾਂ 'ਚੋਂ ਤੁਹਾਨੂੰ ਬਾਹਰ ਕੱਢ ਲੂੰਗਾ, ਕਹਿੰਦਾ, ਔਰ ਮੈਂ ਤੁਹਾਨੂੰ ਜੀਵਿਤ ਕਰਕੇ ਫਿਰ ਤੁਹਾਡੇ ਮੁਲਕ ਵਿੱਚ ਲੈ ਕੇ ਜਾਵਾਂਗਾ। ਅੱਜ ਉਹ ਸਾਡਾ ਦੇਸ਼ ਹੈ, ਜਿਹੜਾ ਸਾਡਾ ਮੁਲਕ ਹੈ, ਉਹ ਸਿਯੋਨ ਦੇਸ਼ ਹੈ, ਜਿਹਦੇ 'ਚ ਪ੍ਰਭੂ ਸਾਨੂੰ ਲੈ ਜਾਣ ਵਾਲਾ ਹੈ। ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਅਸੀਂ ਇੱਥੇ ਪ੍ਰਦੇਸ਼ ਵਿੱਚ ਰਹਿ ਰਹੇ ਹਾਂ, ਔਰ ਇਸ ਪ੍ਰਦੇਸ਼ ਵਿੱਚ ਰਹਿੰਦੇ ਹੋਏ ਅਗਰ ਕਿਸੇ ਨੂੰ ਇਹ ਸੁਨੇਹਾ ਮਿਲੇ ਕਿ ਭਾਈ ਤੇਰੇ ਦੇਸ਼ ਤੈਨੂੰ ਲਿਜਾ ਸਕਦਾ ਆ ਪ੍ਰਭੂ, ਤੇ ਬੰਦਾ ਕਹਿੰਦਾ ਇੱਥੇ ਹੀ ਰਹਿਣ ਦਿਓ। ਜਿੱਦਾਂ ਇਸਰਾਏਲੀ ਕਹਿੰਦੇ ਸੀ ਮੂਸਾ ਮਿਸਰ 'ਚ ਰਹਿਣ ਦਿੰਦਾ, ਕਬਰਾਂ ਤਾਂ ਮਿਲ ਜਾਂਦੀਆਂ, ਉਜਾੜ ਵਿੱਚ ਤਾਂ ਕਬਰਾਂ ਵੀ ਨਹੀਂ ਪੈਂਦੀਆਂ। ਲੋਕੀ ਕਹਿੰਦੇ ਮੂਸਾ ਨੂੰ ਉੱਥੇ ਰਹਿਣ ਦਿੰਦਾ ਗੁਲਾਮੀ 'ਚ ਹੀ। ਅੱਜ ਮੇਰੇ ਭੈਣ ਭਰਾ, ਲੋਕਾਂ ਨੂੰ ਗੁਲਾਮੀ ਪਸੰਦ ਆ, ਆਜ਼ਾਦੀ ਪਸੰਦ ਨਹੀਂ ਹੈਗੀ, ਗੁਲਾਮੀ ਪਸੰਦ ਆ। ਕਿਉਂ ਗੁਲਾਮੀ ਪਸੰਦ ਆ? ਕਿਉਂਕਿ ਗੁਲਾਮੀ ਕਰਨ ਦੀ ਆਦਤ ਪੈ ਚੁੱਕੀ ਹੈ। ਆਦਤ ਪੈ ਚੁੱਕੀ ਹੈ। ਅੱਜ ਅਗਰ ਕਿਸੇ ਨੂੰ ਕਹੀਏ ਕਿ ਭਾਈ ਤੂੰ ਆਜ਼ਾਦ ਹੋ ਸਕਦਾ ਆ, ਉਹ ਕਹਿੰਦਾ ਨਹੀਂ ਭਾਜੀ, ਮੈਨੂੰ ਆਜ਼ਾਦ ਕਰਾਉਣ ਦੀ ਕੋਸ਼ਿਸ਼ ਨਾ ਕਰਿਓ। ਜੇ ਮੈਨੂੰ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਤਾਂ ਪੁੱਠਾ ਕਰ ਦੇਣਗੇ ਇਹ ਜਿਨ੍ਹਾਂ ਨੇ ਮੈਨੂੰ ਗੁਲਾਮ ਬਣਾਇਆ ਹੋਇਆ, ਮੈਨੂੰ ਤਾਂ ਨੁਕਸਾਨ ਕਰ ਦੇਣਗੇ ਇਹ ਜਿਨ੍ਹਾਂ ਨੇ ਮੈਨੂੰ ਗੁਲਾਮ ਬਣਾਇਆ ਹੋਇਆ, ਮੇਰਾ ਤਾਂ ਉਲਟਾ ਕਰ ਦੇਣਗੇ ਸਭ ਕੁਝ ਜਿਨ੍ਹਾਂ ਨੇ ਮੈਨੂੰ ਗੁਲਾਮ ਬਣਾਇਆ ਹੋਇਆ। ਪਰ ਨਹੀਂ ਮੇਰੇ ਭੈਣ ਭਰਾਓ, ਇਹ ਗੱਲ ਝੂਠ ਆ। ਬਹੁਤ ਸਾਰੇ ਕਹਿੰਦੇ ਆ ਪੁੱਠੀਆਂ ਪੈ ਜਾਣਗੀਆਂ, ਪਰ ਪੁੱਠੀਆਂ ਨਹੀਂ ਪੈਣਗੀਆਂ, ਕਿਉਂਕਿ ਜੇ ਤੋਂ ਤੁਸੀਂ ਡਰਦੇ ਆ, ਉਹਦੇ ਵਿੱਚ ਪੁੱਠੀਆਂ ਪਾਉਣ ਵਾਲੀ ਤਾਕਤ ਹੁਣ ਯਿਸੂ ਮਸੀਹ ਦੇ ਸਾਹਮਣੇ ਖਤਮ ਹੋ ਗਈ ਹੈ। ਯਿਸੂ ਮਸੀਹ ਤੋਂ ਇਲਾਵਾ ਜਦੋਂ ਤੁਸੀਂ ਸੀਗੇ, ਉਦੋਂ ਤੁਹਾਡੀਆਂ ਪੁੱਠੀਆਂ ਬਥੇਰੀਆਂ ਪਾਤੀਆਂ ਉਹਨੇ ਤੁਹਾਨੂੰ ਮਾਰ ਦਿੱਤਾ, ਮੁਰਦਾਪਨ 'ਚ ਪਾ ਦਿੱਤਾ ਤੁਹਾਨੂੰ ਉਹਨੇ। ਪਰ ਅੱਜ ਤੁਹਾਡਾ ਪ੍ਰਭੂ ਯਿਸੂ ਮਸੀਹ ਤੁਹਾਨੂੰ ਮੁਰਦਾਪਨ 'ਚੋਂ ਬਾਹਰ ਕੱਢ ਕੇ ਤੁਹਾਨੂੰ ਆਪਣੀ ਜ਼ਿੰਦਗੀ 'ਚ ਲਿਜਾਣ ਦੇ ਲਈ ਤਿਆਰ ਆ। ਤੁਸੀਂ ਜ਼ਿੰਦਗੀ 'ਚ ਲਿਜਾਣ ਦੇ ਲਈ ਤਿਆਰ ਹੋ ਜਾਓ। ਜ਼ਿੰਦਗੀ ਹੈ ਯਿਸੂ ਮਸੀਹ, ਉਹਦੇ ਵਿੱਚ ਜਾਣ ਦੇ ਲਈ ਤਿਆਰ ਹੋ ਜਾਓ, ਉਹਦੇ ਪਰਮ ਧਾਮ ਵਿੱਚ ਜਾਣ ਲਈ ਤਿਆਰ ਹੋ ਜਾਓ। ਤਿਆਰੀ ਕੀ ਆ? ਜੋ ਤੁਹਾਨੂੰ ਕਿਹਾ ਜਾਂਦਾ ਉਹਨੂੰ ਮੰਨੋ, ਉਹਨੂੰ ਕਬੂਲ ਕਰੋ, ਉਹਨੂੰ ਬੋਲੋ। ਬਹੁਤ ਸਾਰੇ ਲੋਕ ਭੈਣ ਭਰਾ ਸੱਚਾਈ ਨੂੰ ਬੋਲਦੇ ਨਹੀਂ, ਜਿਹੜੇ ਬੋਲਦੇ ਨਹੀਂ ਉਹ ਚੱਕਰ 'ਚ ਪਏ ਹੋਏ ਆ। ਪਰ ਇਹ ਜ਼ਰੂਰੀ ਆ ਕਿ ਸੱਚਾਈ ਨੂੰ ਬੋਲੋ, ਸੱਚਾਈ ਨੂੰ ਜਾਣੋ, ਪਹਿਚਾਣੋ, ਉਹਨੂੰ ਮੰਨੋ ਔਰ ਉਹਦੇ ਵਿੱਚ ਵਧੋ, ਤਾਂ ਕਿ ਤੁਹਾਡਾ ਪਰਮੇਸ਼ਰ ਤੁਹਾਨੂੰ ਬਲੈਸ ਕਰੇ। ਤੁਹਾਡਾ ਪਰਮੇਸ਼ਰ ਇਹ ਕਹਿੰਦਾ ਮੈਂ ਤੁਹਾਡੀਆਂ ਕਬਰਾਂ ਖੋਲ ਕੇ ਤੁਹਾਨੂੰ ਉੱਥੋਂ ਬਾਹਰ ਕੱਢ ਲਿਆ ਔਰ ਮੈਂ ਤੁਹਾਨੂੰ ਇਸਰਾਏਲ ਦੀ ਭੂਮੀ ਵਿੱਚ ਲਿਆਉਂਗਾ। ਅਤੇ ਇਹ ਮੇਰੇ ਲੋਕੋ, ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਅਤੇ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਹਾਂ। ਅੱਜ ਬਹੁਤ ਸਾਰੇ ਭੈਣ ਭਰਾਵਾਂ ਨੂੰ ਭਰਮ ਰਹਿੰਦਾ ਕਿ ਪਤਾ ਨਹੀਂ ਪ੍ਰਭੂ ਸਾਨੂੰ ਆਪਣੇ ਨਾਲ ਲਿਜਾ ਸਕੂਗਾ ਕਿ ਨਹੀਂ, ਪਤਾ ਨਹੀਂ ਪ੍ਰਭੂ ਸਾਨੂੰ ਬਚਾਊਗਾ ਕਿ ਨਹੀਂ। ਜਿੱਦਾਂ ਪਤਰਸ ਕਹਿੰਦੇ ਆ ਕਿ ਕਿੰਨੇ ਲੋਕ ਕਹਿੰਦੇ ਆ ਕਿ ਯਿਸੂ ਮਸੀਹ ਆਪਣੇ ਵਾਅਦੇ ਦਾ ਮੱਠਾ ਆ। ਉਸ ਜ਼ਮਾਨੇ ਤੋਂ ਲੋਕ ਗੱਲਾਂ ਕਰਦੇ ਸੀਗੇ ਯਿਸੂ ਵਾਅਦਾ ਤਾਂ ਕਰ ਗਿਆ ਪਰ ਵਾਅਦੇ ਦਾ ਮੱਠਾ ਹੀ ਆ। ਉਸ ਜ਼ਮਾਨੇ ਤੋਂ ਲੋਕੀ ਗੱਲਾਂ ਕਰਦੇ ਸੀ, ਸ਼ੁਰੂਆਤੀ ਸਮੇਂ ਤੋਂ ਗੱਲਾਂ ਕਰਦੇ ਸੀ। ਪਰ ਅੱਜ ਮੇਰੇ ਭੈਣ ਭਰਾਓ, ਇਸ ਗੱਲ ਨੂੰ ਠੀਕ ਸਮਝ ਜਾਓ, ਇਸ ਗੱਲ ਨੂੰ ਠੀਕ ਲੈ ਲਓ ਕਿ ਤੁਹਾਡਾ ਪ੍ਰਭੂ ਵਾਅਦੇ ਦਾ ਮੱਠਾ ਨਹੀਂ ਹੈਗਾ। ਔਰ ਪ੍ਰਭੂ ਇਹ ਕਹਿੰਦਾ ਕਿ ਮੈਂ ਤੁਹਾਡੀਆਂ ਕਬਰਾਂ ਨੂੰ ਜਦੋਂ ਖੋਲੂੰਗਾ ਨਾ, ਉਹ ਤੁਹਾਨੂੰ ਬਾਹਰ ਕੱਢੂੰਗਾ, ਤੁਹਾਨੂੰ ਮੈਂ ਫਿਰ ਤੁਹਾਡੇ ਮੁਲਕ 'ਚ ਲੈ ਕੇ ਜਾਊਂਗਾ। ਪਰ ਪ੍ਰਭੂ ਕਹਿੰਦਾ ਫਿਰ ਤੁਹਾਨੂੰ ਪਤਾ ਲੱਗੂਗਾ।
कि मैं ही परमेश्वर हाँ। आज शक रहिंदी किते ना किते, शक रहिंदी। जिद्दां युदा इस्करियोती यीशु मसीह दे नाल रहा, साल बतीत कीते, पर उन्होंने यीशु मसीह की समझ नहीं आई। थोमा यीशु मसीह के नाल रहा, पर आखिरी समय उन्होंने विश्वास करने च दिक्कत सी। पतरस नूं आखिरी समय विश्वास करने च दिक्कत सी, जदों उन्होंने पुछ रहे सी कि तू यीशु नूं जानदा है, कि तू इस यीशु नूं जानदा है, उन्होंने दिक्कत सी विश्वास करन दे विच। अज मेरे भैन भरा इस गल नूं जान लो कि अज एक विश्वासी दे विश्वास में बहुत बारी गड़बड़ पई रहिंदी है। जिहड़ी वो गड़बड़ पई रहिंदी आ, उस गड़बड़ का रिजल्ट की निकलदा हैगा? उस गड़बड़ का रिजल्ट ये निकलदा कि एक बंदे दा जिहड़ा दिल है वो बीमार हो जाता। किद्दां बीमार हो जाता? आस की घाट हो जाती है। आस कच्ची हो जाती है, पक्की नहीं रहिंदी। आस कच्ची हो जाती है, आस दे विच ढिल पै जाती है। कसी होई नहीं रहिंदी आस, टाइट नहीं रहिंदी आस, ढिल रह जाती है। और ढिल का रिजल्ट की निकलदा? बंदे दा दिल बीमार हुंदा, फिर शरीर बीमार हुंदा, फिर आत्मा मुरदियां वर्गा हो जाता, फिर कख नहीं बंदे दे पल्ले रहिंदा। और इसलिए अज बेनती आ, तुहाडा प्रभु कहंदा मैं तुहानूं कबरां चों बाहर कढ लूँगा। तुहाडा प्रभु कहंदा मैं तुहानूं कबरां दे विचों भी बाहर कढ लूँगा। फिर तुसीं देखोगे, जानोगे कि मैं ही परमेश्वर हाँ, अते मैं अपना आत्मा तुहाडे विच पावांगा, अते तुसीं जिउंदे हो जावोगे, अते मैं तुहानूं तुहाडी भूमि उत्ते वसावांगा। तां तुसीं जानोगे कि मैं यहोवा ने फरमाया, ते मैं ही पूरा किया, यहोवा दा वाक है। प्रभु कहंदा मैं अपना आत्मा तुहाडे उत्ते पा दूंगा। आज मेरे भैन भरा इस गल नूं समझ जाओ कि प्रभु पहला तो ही बोल चुका है कि मैं अपना आत्मा तुहाडे उत्ते पावांगा, तां ही तुसीं जिंदा होवोगे। प्रभु पहला तो बोल चुका है कि मैं अपना आत्मा तुहाडे उत्ते पावांगा, तां ही तुसीं जिंदा होवोगे। असल दे विच जो ये बादी दिखाई गई है, सचमुच ये हड्डियां दी बादी नहीं है। सचमुच किसी मुर्दियां बंदियां दी हड्डियां खिलरियां हुई नहीं हैं, इदां नहीं है। ये तो एक दर्शन है। और प्रभु ने खुद ही व्याख्या की है कि जिन्ना इसराइल का घराना है, ये सारे भावें जीउंदे तुरे फिरदे आ, भावें साह लेंदे आ, पर मरे हो आ, अज मरे हो, बहुत देर दे मरे हो आ। जीसस जीसस जीसस। परमेश्वर का वचन प्रकाशित वाकई प्रभु कहंदा तू कहंदा मैं जींदा आ, पर तू जींदा नहीं हैगा, तू मुरदा आ। कहंदा हैगा तू मुरदा आ, पर तू कहंदा मैं जींदा आ। अज मेरे भैन भरा बहुत सारे कहते हैं जींदे आ, पर जींदे नहीं है, मरे हुए आ। कौन है मरे हुए लोग? जेड़े कहते साडी आस मुक गई, जेड़े कहते साडी आस मुक गई, वो मरे हुए आ। वो मरे हुए लोग आ जेड़े कहते साडियां हड्डियां सुक गई, जेड़े कहते साडी आस मुक गई, जेड़े कहते असीं उक्के कट्टे गए, जेड़े कहते खुदा दे कोल साडे लई कोई योजना बाकी नहीं रही। वो लोग कौन आ? वो लोग है गया मरे होया दी श्रेणी विच पै गए। मरे हुए लोग क्या हो? हमेशा पत्थरां चों पानी कढना जानदा है। तुहाडे परमेश्वर दे एक बारी कहने नाल एडा बड़ा आसमान बन गया जिहदी गिनती मिनती कोई नहीं। तुहाडे परमेश्वर दे एक बारी कहने नाल इन्ने ज़्यादा तारे बन गए जिन्हां दी गिनती कोई नहीं हैगी। मेरे भैन भराओ, एक बारी परमेश्वर दे कहने नाल की हो सकदा है, इहदा सानूं आइडिया नहीं हैगा, आइडिया नहीं हैगा। कुछ जानते हैं। पौलुस कहता मैं कुछ जानता है, पर एक दिन रूबरू देखूंगा, फिर सब कुछ समझ आ जाऊगी। इतने सारी समझ नहीं आनी जानते रहते हुए परमेश्वर ने बहुत कुछ सरप्राइज रखने हैं साढ़े लिए, जो सानू वो जेडे सानू उत्थे जानते उन्हें देने हैं। ये गल इदां ही है। इसलिए अज मेरे भैन भरा जो दूरी विच हो, इस गल नूं सीखो और समझो और अगे बढ़ो कि ये कोई हड्डी सुकियां हुई हड्डियां की गल नहीं। ये जिहड़ी गल है, ये है उन्हां लोकां दी गल जेड़े कहंदे आ साडियां हड्डियां सुक गईयां, साडी आस मुक गई और असीं उके ही कट्टे गए। वो ये लोग आ जेड़े मरे हुए लोग। सब नाल गल सिखा ताकि अज कोई मरे ना रहे। प्रभु मरिया होया हर एक जन जिंदा हो यीशु दे सामर्थी नाम। अज मेरे भैन भरा दुनिया ते केवल श्वास लेना, काम धंधे करने, दौड़ बाजी करनी, यही सब कुछ नहीं है। परमेश्वर नाल मिलन होना सब कुछ है। पक्का आस परमेश्वर ते होना सब कुछ है। पक्का विश्वास होना सब कुछ है। परमेश्वर नाल एक रिश्ता होना सब कुछ है। परमेश्वर दे नाल नाल चलना सब कुछ है। ये इदां ही है, ये इदां ही है। जिहड़ी ये गल इदां ही आ, लैके चलो।
बहाया गया बहाया गया बिल्कुल बिल्कुल ना होया कुछ ले गए पर तुहाडा परमेश्वर तुहानू सब कुछ बनाउण दी ताकत रखदा है। ठीक समझ कि भावें तुसीं ना होया नहीं भावें तुसीं मलीदड़ भावें पर तुहाडा परमेश्वर तुहानू सब कुछ बनाउण दी ताकत रखदा है। तुसीं इस खुशखबरी नू अपने लिए लै लो। तुहाडा परमेश्वर यही गल बोलदा है। इदां ही करन दी जरूरत है, इदां ही करना पैना आ और इदां ही करांगे तो अगे वधांगे। जो इदां ही करांगे अगे वधांगे तो तुहाडा परमेश्वर तुहानू ब्लैस करेगा। प्रभु दे नाम दी स्तुति होवे। बारे पढ़ते हैं अब्राहम दे बारे रोमियां दी किताब 4 अध्याय 18 वचन इत्थे अब्राहम दे बारे लिखिया निराशा विच आस नाल उसने प्रतीत कीती भी उस वाक दे अनुसार कि तेरी अंश इउं होवेगी ओ बालियां कौमां दा पिता होवे। इत्थे जिहड़ी गल आ निराशा विच आस नाल उहने प्रतीत कीती। निराशा सी अब्राहम दे उत्ते कि वह बिरध हो गया सी पर उहदे कोल बेटा नहीं सी, उहदे कोल बच्चा नहीं सी। वह बिरध हो गया सी, उहदे कोल बच्चा नहीं सी। निराशा सी इस गल दी उहदे कोल, पर आस बनी सी, आस बनी हुई सी कि जिन्हें वायदा किया वह पूरा भी करेगा। भावें अब्राहम हो गई सी लायक नहीं सी उस निराशा दे बल देख के और पक्की आस वे सके परमेश्वर कर सकता है। आशा रखी। अज मेरे भैन भरा इस दुनिया में अस अगर अपनी हालत में देखिए साडा आला दुआला साडा परिवार सानू बहुत बारी तोड़ दिंदा है। किद तोड़ दिंदा है क्योंकि निराशा आ असीं सब गल्लां च कामयाब नहीं है, खेतरां च जित्ते हुए नहीं है, सारे मोर्चों के असीं हारे हुए महसूस करते हैं, लुटे पुट्टे महसूस करते हैं। ये गल इदां ही पर अज प्रभु दे बच्चो जो प्रभु की हज़ूरी विच हो इस गल नूं समझ जाओ कि साडा परमेश्वर जिन्हें सानू चुनिया, जिन्हें सानू रचिया, जिन्हें सानू संभालिया वो साडे नाल बहुत प्यार करता है। बस जिंदगी के हर हालात विच असी उत्ते पक्की आस रखनी है, पक्की आस रखनी है। जो उत्ते पक्की आस रखांगे तो साडा परमेश्वर सानू पक्के बना दूगा, चट्टान की तरह मजबूत बनाए खड़े करूगा और असी किसी मोर्चे च नहीं हारांगे। जिदा इब्राहिम नहीं हारा, इब्राहिम जित गया, इदां ही असी भी जित जावांगे। अगर रोमियां की किताब उसका 3 4 वचन इदां लिखा है निरायो नहीं सगों बिपतां विच भी अपमान करिए, क्योंकि इस तो पहला वचन दसदा है कि असी परमेश्वर के प्रताप की आस उत्ते अपमान करिए, अपमान करिए परमेश्वर के प्रताप की आस के उत्ते। पर कला इहो ही नहीं कि असीं सानूं प्रताप मिलने वाला असीं उत्ते अपमान करिए, बिपतां विच भी अपमान करिए। बिपतां आनियां अपमान करना। अगली गल ये आ क्यों अपमान करना, क्योंकि असीं जानते हैं कि बिपता जिहड़ी ओह धीरज पैदा करदी है, जिहड़ी बिपता आ ओह धीरज पैदा करदी है, धीरज दृढ़ता पैदा करदी है, बिपता आस पैदा करदी है। जो बिपता आनियां फिर धीरज पैदा हो जाती है, बड़ी स्पीड होंदी है, बड़ी गतिशीलता नाल बंदा नठिया हुंदा जिंदगी च, पर जो बिपता आ जाती है एकदम स्पीड रुक जाती है, हौली हौली चलना लग पैंदा, धीरज आ जाती है। जो धीरज आ जाती है बंदा हर काम नूं सोच समझ के करदा, हर काम नूं सोच विचार के करदा, आने नहीं करदा, ट्रमे नाल सोच समझ के करदा, प्रभु की अगवाई च करदा, प्रार्थना नाल अपनी मर्जी। और अगली गल फिर की दृढ़ता पैदा होती, दृढ़ता मतलब मजबूती पैदा हो जाती है, मजबूत पकड़ बनती थी। और अगली गल आ जो दृढ़ता पैदा हो जाती, फिर दृढ़ता तो बाद फिर आस पैदा हो जाती, आस। और अगली गल लिखी आस कदी शर्मिंदियां नहीं करती, आस कदी शर्मिंदियां नहीं करती। एक निराश व्यक्ति विश्वासी नहीं हैगा मेरे भैन भरा, इस गल नूं समझ जाओ।
एक निराश व्यक्ति विश्वासी नहीं हैगा। अगर एक निराश व्यक्ति कहे मैं विश्वासी हाँ तो झूठ बोलता है। आस पक्की होगी ਤਾਂ विश्वासी कहांगे। अगर पक्की आस ਤਾਂ क्यों नहीं सी, कच्ची आस भी नहीं। जो बीमार हैं, जो बीमार हाँ आत्मिक बीमार, विश्वास में बीमारी लगी हुई है, जो बीमार हैं अगली गल की है, अगली गल कमजोर हो रहे हैं तो अगली गल मौत है हो गई। और यीशु मसीह दुनिया में आ गया, उसकी मौत में अपने उत्ते लै गया। हुण असीं मरांगे बल्कि जीवांगे यीशु के नाम विच। गल इदां ही सारे स्टैप दे विच, ये सारे हालात जरूरी है कि बीमारियां धीरज करनी है और दृढ़ता दे नाल फिर आत्मा तुहानूं कदे शर्मिंदिया होण नहीं देना। प्रभु दी स्तुति होवे। अज जो प्रभु दी अपने अंदर एक फैसला की आस रखांगा, मैं अपनी आस नूं ढिला नहीं देवांगा, क्योंकि आस दा पूरा होना ही जीवन आ, जीवन दा वृक्ष आ। यीशु मसीह की तुलना जीवन के वृक्ष नाल की गई है। जीवन का वृक्ष एक दिन वो बाग्यदन दिखाया गया सी, वो यीशु मसीह ही है, वो जिहड़ा सच्चा प्रभु है, जिहड़ा मौत वाला फल खाण तो बाद भी मनुखा नूं जीवन देण दी ताकत रखता है। प्रभु की स्तुति होवे, प्रभु का धन्नवाद होवे। ये गल असीं पढ़ांगे उत्पत्ति की किताब 48 अध्याय 11 वचन पढ़ांगे। उत्पत्ति की किताब इत्थे जो वार्ता है यकूब और यूसुफ दी है। तुसीं जाणदे हो यूसुफ जो है वो यकूब का बेटा सी। जदों ਉਹਦਾ बेटा सीगा, इदां दा समय आ गया जिंदगी दे विच कि यकूब और यूसुफ वखरे वखरे हो गए, क्योंकि भरावां ने या यूसुफ के भरावां ने यूसुफ नाल इदां दा वरतारा किया कि उहनूं मैदानी सुदागरां दे कोल भेज दिता और फिर वो मिस्र दे विच जाके बेचिया गया बोली लगा के। हुण जदों इदां हो गया तो उन्होंने यूसुफ का चोगा ला लिया सीगा, उन्हें किसी जानवर के खून दे विच उहनूं लथपथ कर लिया और आके अपने बाप नूं कहंदे आ, देखो पिता जी ये चोगा जिहड़ा आ ये तेरे मुंडे दा आ, उहनूं जरूर कोई बुरा जानवर भख। और बाप भी समझ गया, क्योंकि वह भी इन्हां हालातां विच गुजरिया सीगा, वो समझ गया जरूर कोई बुरा जानवर मेरे बेटे नूं खा गया। हुण आस मुका दित्ती सी, उन्हें आस मुका दित्ती सी। पर देखो आपां इंसान आ, बहुत कुछ साडियां अखां तो ओझल आ, साडी समझ तो बाहर आ, पर एक जान लो समझ लो कि तुहाडा परमेश्वर तुहाडे लई कोई जिंदा उम्मीद लैके बैठा है। जिवें कि परमेश्वर ने यूसुफ नूं एक जिंदा उम्मीद बनाई केवल पर याकूब नूं नहीं पता, भाईआं नूं नहीं पता, ਉਹਦੇ कुणबे नूं नहीं पता, पर यूसुफ एक जिंदा उम्मीद सी। मेरे तो इदां ही यीशु मसीह आ, इदां ही यीशु मसीह जिंदा उम्मीद आ। लोगों ने यीशु मसीह नूं फड़वाया, युद्धा इस्करियोती ने लोगों ने यीशु मसीह नूं मार दिता, क्रूस ते चढ़ा के बड़ा पुन खटिया अपने वालों, काफर नूं मारता कहंदे बड़े खुश आ। पर की होया, एक जिंदा उम्मीद बन रही सी, जिंदा उम्मीद बन रही सी। वो जिंदा उम्मीद जिस जिंदा उम्मीद दे विच दी होके सारी दुनिया ने पाउणी सी, वो जिंदा उम्मीद पैदा हो रही सी। प्रभु की स्तुति होवे। वो जिंदा उम्मीद पैदा हो रही सी, प्रभु की स्तुति होवे। हुण की आ, हुण जदों जिंदा उम्मीद यूसुफ खड़ा हो गया, यूसुफ उत्थे राजा बन गया, ਉਹਦੇ ਭਰਾ ਉਤੋਂ ਅੰਨ ਵਿਆਜਣ ਦੇ ਲਈ ਗਏ, ਅੰਨ ਲੈਣ ਦੇ ਲਈ ਗਏ, ਤੇ ਉਹ ਕਹਿੰਦਾ ਤੁਸੀਂ ਆਪਣੇ ਪਿਓ ਨੂੰ ਵੀ ਲੈ ਆਓ, ਕਿਉਂਕਿ ਉਹਨੇ ਆਪਣਾ ਆਪ ਪ੍ਰਗਟ ਕਰਤਾ ਉਹਨਾਂ 'ਤੇ। ਜਦੋਂ ਉਹਦਾ ਪਿਓ ਉੱਥੇ ਗਿਆ ਤੇ ਉਸ ਵਕਤ ਯੂਸੁਫ ਨੇ ਆਪਣੇ ਬੱਚਿਆਂ ਨੂੰ ਮਨੱਸ਼ੇ ਔਰ ਇਫਰਾਇਮ ਨੂੰ ਉਹਨੇ ਉਹਦੇ ਅੱਗੇ ਕੀਤਾ। ਜਦੋਂ ਉਹਦੇ ਅੱਗੇ ਕੀਤਾ ਤੇ ਉਹਨੇ ਉਹਨਾਂ ਨੂੰ ਅਸੀਸ ਦਿੱਤੀ। ਔਰ ਇਹ ਗੱਲ ਜਿਹੜੀ ਹੈ ਲੰਬੀ ਵਾਰਤਾ ਹੈ, ਇਹਨੂੰ ਆਪਾਂ एक गल ਇਹਦੇ 'ਚ पढ़ांगे 48 अध्याय उत्पत्ति की किताब 48 अध्याय 11 वचन। उत्पत्ति की किताब 48 अध्याय 11 वचन। और इसराइल ने यूसुफ नूं आख्या, मैनू तां तेरा मूँह देखण दी आस नहीं सी,
ਵੇਖ ਤੇਰੀ ਅੰਸ ਵੀ ਪਰਮੇਸ਼ਰ ਨੇ ਮੈਨੂੰ ਵਿਖਾਲ ਦਿੱਤੀ ਹੈ। ਪ੍ਰਭੂ ਦੀ ਸਤੁਤੀ ਹੋਵੇ, ਪ੍ਰਭੂ ਦੀ ਵਡਿਆਈ ਹੋਵੇ। ਇਹ ਗੱਲ ਉਹ ਕਹਿ ਰਿਹਾ ਹੈ, ਯਾਕੂਬ ਇਹ ਗੱਲ ਕਹਿ ਰਿਹਾ, ਯਾਕੂਬ ਦਾ ਨਾਮ ਇਸਰਾਇਲ ਹੈ। ਉਹ ਇਹ ਗੱਲ ਕਹਿ ਰਿਹਾ ਹੈ, ਯੂਸੁਫ ਨੂੰ ਕਹਿ ਰਿਹਾ, ਮੈਨੂੰ ਤਾਂ ਤੇਰਾ ਮੂੰਹ ਦੇਖਣ ਦੀ ਆਸ ਨਹੀਂ ਸੀ। ਮੇਰੇ ਭੈਣ ਭਰਾ, ਜਦੋਂ ਪਰਮੇਸ਼ਰ ਤੇ ਤੁਹਾਡੀ ਆਸ ਹੈ ਨਾ, ਜਿਸ ਚੀਜ਼ ਦੀ ਤੁਸੀਂ ਆਸ ਨਹੀਂ ਰੱਖੀ ਉਹ ਵੀ ਹੋਊਗੀ ਤੁਹਾਡੇ ਲਈ। ਤੁਸੀਂ ਚੀਜ਼ਾਂ ਤੇ ਆਸ ਨਾ ਰੱਖੋ, ਸੰਬੰਧਾਂ ਤੇ ਆਸ ਨਾ ਰੱਖੋ, ਰਿਸ਼ਤਿਆਂ ਤੇ ਆਸ ਨਾ ਰੱਖੋ, ਮਨੁੱਖਾਂ ਤੇ ਆਸ ਨਾ ਰੱਖੋ, ਪਰਮੇਸ਼ਵਰ ਤੇ ਆਸ ਰੱਖੋ ਔਰ ਪੱਕੀ ਆਸ ਰੱਖੋ। ਯਾਕੂਬ ਦੀ ਖੜਾ ਕੀਤਾ ਸੀ ਕਿ ਮੇਰਾ ਕੁਣਬਾ ਵੀ ਨਾ ਮਰੇ ਔਰ ਮਿਸਰ ਵੀ ਨਾ ਮਰੇ ਔਰ ਦੁਨੀਆ ਨਾ ਮਰੇ। ਇਹ ਜਿਹੜੀ ਗੱਲ ਹੈ ਇਹ ਬੜੇ ਸਪਸ਼ਟ ਰੂਪ ਵਿੱਚ ਇੱਦਾਂ, ਹੁਣ ਜਦੋਂ ਇੱਦਾਂ ਹੋ ਗਿਆ, ਬੜੇ ਸਪਸ਼ਟ ਰੂਪ ਵਿੱਚ ਇੱਦਾਂ ਹੈ ਔਰ ਇੱਦਾਂ ਹੋ ਗਿਆ। ਔਰ ਜਦੋਂ ਯਾਕੂਬ ਨੇ ਯੂਸੁਫ ਦੀ ਅੰਸ਼ ਨੂੰ ਦੇਖਿਆ ਤੇ ਉਹ ਇਹ ਗੱਲ ਕਹਿੰਦਾ, ਮੈਨੂੰ ਤੇਰਾ ਮੂੰਹ ਨਹੀਂ ਮੇਰੇ ਪੁੱਤਰ, ਪਰਮੇਸ਼ਵਰ ਨੇ ਮੈਨੂੰ ਮੇਰੇ ਤੁਹਾਡੇ ਇਹ ਨਹੀਂ ਹੋ ਸਕਦਾ। ਹੁਣ ਇਹ ਤਾਂ ਬੱਤੇ ਹੀ ਲੰਘ ਗਈ, ਇਹ ਤਾਂ ਅਸੰਭਵ ਹੀ ਹੋ ਗਿਆ, ਇਹ ਤਾਂ ਹੋ ਹੀ ਨਹੀਂ ਸਕਦਾ। ਤੁਹਾਡੇ ਹਿਸਾਬ ਨਾਲ ਨਹੀਂ ਹੋ ਸਕਦਾ, ਤੁਹਾਡੇ ਹਿਸਾਬ ਨਾਲ ਅਸੰਭਵ ਆ, ਤੁਹਾਡੇ ਹਿਸਾਬ ਨਾਲ ਬੱਤ ਲੰਘ ਗਈ ਆ, ਤੁਹਾਡੇ ਹਿਸਾਬ ਨਾਲ ਇਹ ਅਸੰਭਵ ਆ ਔਰ ਤੁਹਾਡੇ ਬਿੱਤੋਂ ਬਾਹਰ ਆ, ਤੁਹਾਡੀ ਪਹੁੰਚ ਤੋਂ ਬਾਹਰ ਆ। ਪਰ ਤੁਹਾਡੇ ਪਰਮੇਸ਼ਵਰ ਦੀ ਪਹੁੰਚ ਤੋਂ ਬਾਹਰ ਕੁਛ ਵੀ ਨਹੀਂ ਹੈਗਾ, ਸਭ ਕੁਝ ਤੁਹਾਡੇ ਪਰਮੇਸ਼ਵਰ ਦੀ ਪਹੁੰਚ ਵਿੱਚ ਆ ਮੇਰੇ ਭੈਣ ਭਰਾ। ਇਸ ਲਈ ਅੱਜ ਬੇਨਤੀ ਆ, ਯਿਸੂ ਮਸੀਹ ਨਾਸੀ ਦੇ ਨਾਮ ਵਿੱਚ ਇਸ ਮਾਧਿਅਮ ਦੁਆਰਾ ਜੋ ਤੁਸੀਂ ਇਸ ਗੱਲ ਨੂੰ ਸੁਣ ਰਹੇ ਹੋ, ਤੁਸੀਂ ਠੀਕ ਵਿਸ਼ਵਾਸ ਕਰੋ, ਠੀਕ ਆਸ ਕਰੋ ਪਰਮੇਸ਼ਵਰ ਤੇ, ਪੱਕੀ ਆਸ ਰੱਖੋ। ਜਿਹੜੀ ਤੁਹਾਡੀ ਆਸ ਵਿੱਚ ਢਿੱਲ ਪੈ ਗਈ ਆ, ਉਹ ਢਿੱਲ ਨੂੰ ਖਿੱਚ ਦਿਓ ਯਿਸੂ ਦੇ ਨਾਮ ਵਿੱਚ, ਢਿੱਲ ਕੱਢ ਦਿਓ, ਢਿੱਲ ਕੱਢ ਦਿਓ, ਅੱਜ ਢਿੱਲ ਕੱਢ ਦਿਓ। ਬਹੁਤਿਆਂ ਦਿਲ ਬਿਮਾਰ ਆ, ਬਹੁਤਿਆਂ ਦੀਆਂ ਰੂਹਾਂ ਬਿਮਾਰ ਆ, ਬਹੁਤੇ ਆਤਮਿਕ ਤੌਰ ਤੇ ਮਰੇ ਹੋਏ ਆ, ਦੇਖਣ ਨੂੰ ਜੀਂਦੇ ਲੱਗਦੇ ਆ, ਦੇਖਣ ਨੂੰ ਚਰਚਾਂ ਵਿੱਚ ਜਾਂਦੇ ਆ, ਦੇਖਣ ਨੂੰ ਵਧੀਆ ਗਾਉਂਦੇ ਵਜਾਉਂਦੇ ਆ, ਪਰ ਨਹੀਂ ਹੈਗੀ ਅੰਦਰ, ਨਹੀਂ ਹੈਗੀ ਅੰਦਰ ਪੱਕੀ ਆਸ, ਅੰਦਰ ਢਿੱਲ ਆ, ਢਿੱਲ ਆਸ ਦੀ। ਬਹੁਤ ਸਾਰੇ ਕਹਿੰਦੇ ਮੇਰਾ ਕੀ ਬਣੂਗਾ, ਮੇਰਾ ਕਿੱਦਾਂ ਬਣੂਗਾ, ਮੇਰਾ ਕੌਣ, ਮੇਰੀ ਕੌਣ ਸਾਰ ਲਊਗਾ। ਪ੍ਰਭੂ ਨੇ ਤੁਹਾਡੀ ਸਾਰ ਲੈਣ ਦੇ ਲਈ ਦੇਹ ਧਾਰਨ ਕੀਤੀ, ਉਹ ਜ਼ਮੀਨ ਤੇ ਆ ਗਿਆ। ਜਦੋਂ ਜ਼ਮੀਨ ਤੇ ਆ ਗਿਆ, ਉਹਨੇ ਆਪਣਾ ਆਪ ਤੁਹਾਡੇ ਲਈ ਦੇ ਦਿੱਤਾ, ਆਪਣੇ ਆਪ ਤੁਹਾਡੇ ਲਈ ਦੇ ਦਿੱਤਾ। ਜਦੋਂ ਉਹਨੇ ਆਪਣਾ ਆਪ ਤੁਹਾਡੇ ਲਈ ਦੇ ਦਿੱਤਾ, ਹੁਣ ਘਬਰਾਓ ਨਾ, ਕੋਈ ਚੀਜ਼ ਦੀ ਘਟੀ ਨਹੀਂ ਹੋਣ ਦੇਗਾ, ਤੁਹਾਡੀ ਪਰਵਰਿਸ਼ ਕਰੇਗਾ। ਚਾਹੇ ਮਰ ਵੀ ਜਾਓ, ਕਬਰਾਂ ਚੋਂ ਬਾਹਰ ਕੱਢ ਕੇ ਤੁਹਾਨੂੰ ਆਪਣੇ ਨਾਲ ਮਿਲਾ ਲਊਗਾ। ਇਸ ਤੋਂ ਵੱਡੀ ਤਾਂ ਗੱਲ ਕੋਈ ਨਹੀਂ ਹੋਣੀ ਹੈਗੀ, ਕਿਉਂਕਿ ਤੁਹਾਡਾ ਪ੍ਰਭੂ ਕਹਿ ਚੁੱਕਾ ਹੈ ਕਿ ਮੈਂ ਤੁਹਾਡੀ ਕਬਰਾਂ ਚੋਂ ਵੀ ਤੁਹਾਨੂੰ ਬਾਹਰ ਕੱਢ ਕੇ ਲਿਆਊਂਗਾ। ਇਸ ਲਈ ਜਿਹੜੇ ਕਹਿੰਦੇ ਆ ਕਿ ਮੇਰੀ ਤਾਂ ਆਸ ਹੀ ਮੁੱਕ ਗਈ, ਮੇਰੀ ਤਾਂ ਉਮੀਦ ਹੀ ਕੋਈ ਨਹੀਂ ਰਹੀ, ਜਿਹੜੇ ਕਹਿੰਦੇ ਮੇਰੇ ਤਾਂ ਪੱਲੇ ਕੁਝ ਨਹੀਂ ਰਿਹਾ, ਜਿਹੜੇ ਕਹਿੰਦੇ ਮੈਂ ਤਾਂ ਉੱਕਾ ਹੀ ਕੱਟਿਆ ਗਿਆ, ਉਹ ਇਸ ਗੱਲ ਨੂੰ ਸਮਝ ਜਾਓ ਕਿ ਤੁਸੀਂ ਪਰਮੇਸ਼ਰ ਦੇ ਹਿਸਾਬ ਨਾਲ ਮਰੇ ਹੋ ਆ। ਜਿੰਦਾ ਹੋਵੋ ਯਿਸੂ ਦੇ ਨਾਮ ਵਿੱਚ। ਜਿੰਦਾ ਕੌਣ ਆ? ਜਿਹਦੀ ਉਹ ਜਿੰਦਾ ਉਮੀਦ ਯਿਸੂ ਮਸੀਹ ਤੇ ਆ, ਜਿਹਦੀ ਪੂਰੀ ਆਸ ਯਿਸੂ ਮਸੀਹ ਤੇ, ਉਹ ਜਿੰਦਾ ਆ। ਇਸ ਲਈ ਜਿਨ੍ਹਾਂ ਦੀ ਆਸ ਅੱਜ ਤੱਕ ਯਿਸੂ ਮਸੀਹ ਤੇ ਨਹੀਂ ਬਣ ਸਕੀ, ਜਿਨ੍ਹਾਂ ਦੀ ਉਮੀਦ ਜਿੰਦਾ ਉਮੀਦ ਨਹੀਂ ਹੋ ਸਕੀ, ਜਿਨ੍ਹਾਂ ਦੇ ਅੰਦਰ ਆਸ ਦੀ ਢਿੱਲ ਹੀ ਆ, ਉਹ ਅੱਜ ਤੋਬਾ ਕਰੋ। ਪ੍ਰਭੂ ਅੱਗੇ ਕਹੋ, ਪ੍ਰਭੂ ਮੇਰੇ ਅੰਦਰ ਆਸ ਦੀ ਢਿੱਲ ਰਹੀ, ਮੈਨੂੰ ਮਾਫ ਕਰੀ। ਪ੍ਰਭੂ ਮੈਂ ਪਾਪ ਕੀਤਾ, ਇਹ ਮੇਰਾ ਪਾਪ ਸੀਗਾ ਕਿ ਮੈਂ ਆਸ ਦੀ ਢਿੱਲ ਆਪਣੇ ਅੰਦਰ ਰੱਖੀ, ਮੈਨੂੰ ਮਾਫ ਕਰੀ। ਪ੍ਰਭੂ ਮੈਨੂੰ क्षमा ਕਰ ਦੀ। ਪ੍ਰਭੂ ਮੈਂ ਆਪਣੇ ਪਾਪ ਦੀ ਮਾਫੀ ਮੰਗਦਾ। ਆਓ ਯਿਸੂ ਦੇ ਨਾਮ ਵਿੱਚ ਅੱਖਾਂ ਨੂੰ ਬੰਦ ਕਰੋ, ਆਪਣੇ ਆਪ ਦਾ ਇਕਰਾਰ ਕਰਨਾ ਸ਼ੁਰੂ ਕਰੋ, ਆਪਣੇ ਆਪ ਦਾ ਇਕਰਾਰ ਕਰਨਾ ਸ਼ੁਰੂ ਕਰੋ। ਜਿਨ੍ਹਾਂ ਅੰਦਰ ਆਸ ਦੀ ਢਿੱਲ ਆ, ਜਿਨ੍ਹਾਂ ਅੰਦਰ ਪੱਕੀ ਆਸ ਨਹੀਂ ਹੈਗੀ, ਜਿਨ੍ਹਾਂ ਦੇ ਅੰਦਰ ਆਸ ਦੀ ਢਿੱਲ ਹੋ ਗਈ ਆ, ਉਹਨਾਂ ਦੇ ਦਿਲ ਬਿਮਾਰ ਹੋ ਗਏ ਆ, ਉਹਨਾਂ ਦੇ ਮਨ ਹੀ ਬਿਮਾਰ ਹੋ ਗਿਆ। ਜਿਹਦਾ ਮਨ ਹੀ ਬਿਮਾਰ ਹੋ ਗਿਆ, ਉਹਦਾ ਸਰੀਰ ਵੀ ਕਮਜ਼ੋਰ ਹੋ ਜਾਂਦਾ, ਬਿਮਾਰ ਹੋ ਜਾਂਦਾ, ਉਹਦਾ ਆਤਮਾ ਵੀ ਬਿਮਾਰ ਹੋ ਜਾਂਦਾ ਆ ਔਰ ਆਤਮਿਕ ਤੌਰ 'ਤੇ ਉਹ ਬੰਦਾ ਮਰ ਜਾਂਦਾ ਆ। ਯਸ, ਇਕਰਾਰ ਕਰੀਏ, ਇਕਰਾਰ ਕਰੀਏ। ਜਿੱਦਾਂ ਉਹ ਬੰਦਾ ਜਿਹੜਾ ਆਪਣੇ ਬੇਟੇ ਨੂੰ ਲੈ ਕੇ ਆਇਆ ਸੀ, ਜਿਹਨੂੰ ਮਿਰਗੀ ਦੀ ਬਿਮਾਰੀ ਸੀ, ਦੁਸ਼ਟ ਆਤਮਾ ਸੀ, ਉਹ ਕਹਿ ਰਿਹਾ ਪ੍ਰਭੂ ਮੇਰੀ ਬੇਪ੍ਰਤੀਤਾ ਉਪਾਓ ਕਰ ਦਿਓ। ਯਸ, ਉਸ ਵਿਅਕਤੀ ਦੀ ਤਰ੍ਹਾਂ ਜਿਹੜਾ ਆਪਣੀ ਛਾਤੀ ਪਿੱਟਦਾ ਹੋਇਆ ਕਹਿ ਰਿਹਾ ਸੀ, ਪ੍ਰਭੂ ਮੈਂ ਪਾਪੀ ਹਾਂ, ਮੇਰੇ ਤੇ ਦਇਆ ਕਰਦੇ।
होरी खमाना रबा सारा काला रा कमारा वारा सारा गाला रा कमाना रबा सकला बोशी के रे मेरे सना रिशावारा काला रा कमाना रबा सारे बोरी शिखमाना रबा सारे शोके ने रबा सन ऐ खुदावन आज जो तेरे बच्चे प्रभु तेरे नाल गलबात कर रहे परमेश्वर इन अंदरों आस दी ढेला चली जाए परमेश्वर पक्की आस सारे पर जाए पक्का विश्वास सारे पर जाए पक्का ईमान सारे पर जाए पक्का जीवन जीवन सारे पर जाए पक्का मसा सारे पर जाए तेरा अनंत आनंद सारे पर तेरे बोलो जीवन जीवन दी सारे में ठहर जाए पवित्र आत्मा दी भरपूरी मामूरी सारे में ठहर जाए जमीन दी हर असीस मान दी बरकत सारे में ठहर जाए यीशु मसीह नासरी आज जेड़े निराश होके बैठ गए आ ओ खुदावन जेड़े कहंदे मैं उक्का ही कटिया गया जेड़े कहंदे मेरी तां आस ही मुक गई आज प्रभु यीशु नासरी नु खड़े कर दे फिर तो खड़े कर दे फिर तो खड़े कर दे फिर तो प्रभु अपने पैरां ते खलो जान मैं प्रभु तेरे बंदे इस्राएल नु विश्वास विच मरे होए प्रभु दे लोको यीशु दे नाम विच तुहाडे विच विश्वास दा आत्मा फूंकदे आ यस यस विश्वास दा आत्मा फूंकदे आ विश्वास दा आत्मा फूंकदे आ विश्वास दा आत्मा फूंकदे आ पक्के ईमान दा आत्मा फूंकदे आ यीशु दे सामर्थी नाम भी परमेश्वर नाम मिलन बोलदे हैं परमेश्वर नाम मिलाप बोलदे हैं परमेश्वर नाम मेल मिलाप बोलदे हैं थैंक यू जीसस थैंक यू जीसस थैंक यू जीसस शुक्रिया करते हैं प्रभु धन्यवाद तेरी आवाज प्रभु मुबारक होन आज उधर बच्चों सिक्ख्या नाम भी प्रार्थना करे जो इस प्रभु सारे सिस्टम बनाने मेहनत कर रहे बड़ा फल दे परमेश्वर यीशु के नाम में प्रार्थना करे सब सुन बड़े तेरी ब्लेसिंग्स 100% राज करे परमेश्वर ऐ खुदा तेरे बच्चों द्वारा सब जगह कलाम फैल जाए परमेश्वर तेरे आत्मा दी बहुतायत सारे उत्ते उत्तर आवे हालेलुया और सब तेरी आत्मा ने भर के चलन हालेलुया और बहुत सारी जिंदगियां बचाने दा कारण बन धन्यवाद धन्यवाद ये सारी दुआ बेनतियां यीशु मसीह नासरी दे पवित्र जिंदा अधिकारी नाम विच अधीन होके मंगदे हैं आमीन 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 खुदावंद तुहानू बरकत देवे खुदावंद दा जलाल सदा तुहाडे नाल आमीन आमीन जय मसीह दी